ਸਵਾਗਤ ਕਰਦੇ ਹਾਂ ਜੀ ਆਪ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੇਰਗਿੱਲ ਸਾਹਿਬ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਫਸਟ ਕਲਾਸ। ਆਪਣਾ ਦੱਸੋ? ਬਸ ਸਭ ਕਿਰਪਾ ਜੀ, ਠੀਕ ਠਾਕ ਚੜ੍ਹਦੀ ਕਲਾ ਚਲੀ ਜਾਂਦੀ ਜੀ। ਠੀਕ ਠਾਕ ਪਹੁੰਚ ਗਏ। ਅੱਜ ਤਾਂ ਨਹੀਂ ਕੋਈ ਧਰਨਾ ਲੱਗਿਆ ਸੀ ਰਸਤੇ? ਨਹੀਂ, ਹੁਣ ਤਾਂ ਫਿਲਹਾਲ ਨਹੀਂ ਹੈ, ਪਰ ਇਸੇ ਦੌਰ ਤਾਂ ਧਰਨਿਆਂ ਦਾ ਹੀ ਚੱਲਣ ਡਿਆ ਅਜੇ। ਪਰ ਜਿੰਨਾ ਚਿਰ ਕਈ ਕਹਿੰਦੇ ਹੁੰਦੇ ਪਏ ਆਪਣੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਧਰਨਿਆਂ ਦਾ ਕੰਮ ਚੱਲੀ ਜਾਣਾ, ਜਿੰਨਾ ਚਿਰ ਕੇਂਦਰ ਨਹੀਂ ਮੰਨਦਾ ਜੀ। ਤੁਹਾਡੇ ਰਸਤੇ 'ਚ ਨਹੀਂ ਸੀਗਾ, ਸ਼ਹਿਰ ਦੇ ਵਿੱਚ ਜੀ। ਪਰ ਹੁਣ ਇਹ ਵੀ ਖਬਰ ਆਈ ਆ ਕਿ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਧਰਨਾ ਆ ਇਹ ਰੇਲ ਲਾਈਨਾਂ ਤੋਂ ਚੁੱਕ ਕੇ ਤੇ ਸ਼ਹਿਰਾਂ ਵੱਲ ਲੈ ਆਉਣਾ। ਹੁਣ ਕਰਨ ਵੀ ਕੀ ਜੀ, ਉਹ ਰੇਲਵੇ ਵਾਲੇ ਪਾਸੇ ਉਹਨਾਂ ਦਾ ਦਬਾਅ ਵੱਧ ਰਿਹਾ ਵੀ ਸਾਡੇ ਕੋਲ ਕੋਲਾ ਮੁੱਕ ਰਿਹਾ, ਸਾਡੇ ਕੋਲ ਖਾਦ ਮੁੱਕ ਰਹੀ ਆ, ਰੇਲਾਂ ਚਲਾਉਣੀਆਂ, ਉਹ ਦਬਾਅ ਵੱਧ ਰਿਹਾ। ਹੁਣ ਹੋ ਸਕਦਾ ਉੱਥੋਂ ਚੱਕ ਕੇ ਅੱਧੀ ਜਿਹੜੀ ਜਨਤਾ ਪਟੜੀ ਤੇ ਰਹੂਗੀ ਤੇ ਅੱਧੀ ਜਨਤਾ ਰੋਡ ਤੇ ਆ ਜਾਊਗੀ। ਜੇ ਤੁਸੀਂ ਤੁਹਾਡਾ ਰੇਲ ਬੰਦ ਕੀਤੀ ਤਾਂ ਸੜਕ ਵੀ ਬੰਦ ਕਰਦੇ ਹੁਣ। ਫਿਰ ਕੋਈ ਹੋਰ ਰਸਤਾ ਲੱਭਣਾ ਬਹੁਤ, ਤੇ ਹੋਰ ਰਸਤਾ ਲੱਭਣਾ ਪਊਗਾ ਵੀ ਕਿੱਧਰ ਹੋਣਾ ਕਿੱਧਰੋਂ ਜਾਣਾ, ਫੇਰ ਹੀ ਪਤਾ ਲੱਗਦਾ। ਪਰ ਇਹ ਆ ਵੀ ਹੈ ਤਾਂ ਉਹ ਆਪਣੇ ਮੰਗਾਂ ਲਈ ਕਰ ਰਹੇ ਆ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰ ਜਾਂ ਹੋਰ ਜਿਹੜੇ ਆ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਕਿਸੇ ਤਰੀਕੇ ਨਾਲ, ਚਾਹੇ ਕੋਲੇ ਦੀ ਕਹਿ ਲਓ, ਚਾਹੇ ਢੋਆ ਢੁਆਈ ਨੂੰ ਕਹਿ ਲਓ, ਵੀ ਉਹ ਉਹਨਾਂ ਨੂੰ ਇਹ ਚਾਹੁੰਦੇ ਆ ਵੀ ਇਹ ਕਿਸੇ ਤਰੀਕੇ ਨਾਲ ਰਿਫਿਊਜ਼ ਕੀਤਾ ਜਾਵੇ ਇਹਨਾਂ ਦਾ ਜਿਹੜਾ ਸੰਘਰਸ਼ ਆ ਜੀ। ਸਰਕਾਰ ਜਿਹੜੀ ਸੰਘਰਸ਼ ਦੀ ਰੌਂ ਆ ਉਹਨੂੰ ਕਿਉਂ ਨਹੀਂ ਪਛਾਣ ਰਹੀ? ਤੇ ਉਹਨਾਂ ਨੂੰ ਚਾਹੀਦਾ ਤਾਂ ਇਹ ਆ ਕਿ ਇਹਨਾਂ ਦੀ ਗੱਲ ਸੁਣੀ ਜਾਵੇ। ਤੇ ਹੁਣ ਜਿੱਦਾਂ ਸੱਦਾ ਦਿੱਤਾ ਹੈਗਾ ਕਿਸਾਨਾਂ ਨੂੰ, ਤੇ ਉਹ ਕਿਵੇਂ ਦਾ ਸੱਦਾ ਆਇਆ ਕੇਂਦਰ ਸਰਕਾਰ ਵੱਲੋਂ? ਤੁਸੀਂ ਪਛਾਣਨ ਦੀ ਗੱਲ ਕੀਤੀ ਰੌਂ ਦੀ, ਤੁਸੀਂ ਸੁਣਿਆ ਹੋਣਾ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਜਦੋਂ ਸਵਾਮਿਤਵ ਯੋਜਨਾ ਦਾ ਐਲਾਨ ਕੀਤਾ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਵੀ ਸਰਕਾਰ ਹੁਣ ਇੱਕ ਕਦਮ ਅੱਗੇ ਵੱਧ ਚੁੱਕੀ ਆ, ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ ਜੀ। ਬਈ ਇਹ ਖੇਤੀ ਸੁਧਾਰਾਂ ਦੇ ਕੰਮ 'ਚ ਅਸੀਂ ਅੱਗੇ ਵੱਧ ਗਏ ਹਾਂ, ਇਹ ਸੁਧਾਰ ਹੋ ਕੇ ਰਹਿਣਗੇ। ਵਿਰੋਧੀ ਧਿਰ ਨੂੰ ਉਹਨਾਂ ਨੇ ਹਮੇਸ਼ਾ ਨਿਸ਼ਾਨੇ 'ਤੇ ਰੱਖਿਆ ਵੀ ਇਹ ਗੁੰਮਰਾਹ ਕਰ ਰਹੇ ਆ, ਇਹਨਾਂ ਨੂੰ ਕਿਸਾਨਾਂ ਦੀ ਜਿਹੜੀ ਭਲਾਈ ਉਹ ਰਾਸ ਨਹੀਂ ਆਉਂਦੀ, ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਜਿਹੜੇ ਪੈਸੇ ਜਾਂਦੇ ਆ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ। ਸੋ ਕਹਿਣ ਦਾ ਭਾਵ ਹੈ ਵੀ ਸਰਕਾਰ ਨੂੰ ਆਪਣਾ ਜਿਹੜਾ ਕਾਨੂੰਨ ਉਹ ਜਾਇਜ਼ ਠਹਿਰਾਉਣ ਲਈ ਵਾਰ-ਵਾਰ ਦਾਅਵੇ ਕਰ ਰਹੀ ਆ, ਪਰ ਉਸ ਦੇ ਨਾਲ ਵੀ ਉਹਨਾਂ ਨੂੰ ਥੋੜ੍ਹਾ ਤਾਂ ਕਿਤੇ ਜਿਹੜੀ ਇਹਨਾਂ ਦੀ ਸੰਘਰਸ਼ ਦੀ ਗੂੰਜ ਪਹਿਲਾਂ ਥੋੜ੍ਹੀ ਸੀ, ਹੁਣ ਜ਼ਿਆਦਾ ਹੋਣ ਲੱਗ ਪਈ ਆ, ਉਹਨਾਂ ਨੂੰ ਸੁਣਾਈ ਦੇਣ ਲੱਗ ਪਈ ਆ। ਪਹਿਲਾਂ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਸੀਗਾ ਉਹਦੇ ਵਿੱਚ ਮਜ਼ਮੂਨ ਹੋਰ ਤਰ੍ਹਾਂ ਦਾ ਸੀ, ਜਿਹੜਾ ਹੁਣ ਸੱਦਾ ਦਿੱਤਾ ਆ ਉਹਦਾ ਮਜ਼ਮੂਨ ਹੋਰ ਤਰ੍ਹਾਂ ਦਾ ਆ। ਇਸ ਤੋਂ ਪਹਿਲਾਂ ਕਿ ਆਪਾਂ ਇਸ ਗੱਲ ਨੂੰ ਵਿਸਤਾਰ ਦਈਏ, ਮੈਂ ਅੱਜ ਦੀਆਂ ਜਿਹੜੀਆਂ 1-2 ਦਿਨਾਂ ਦੀਆਂ ਪਿਛਲੇ ਦਿਨਾਂ ਦੀਆਂ ਖਬਰਾਂ ਦੇਖੀਆਂ ਜਾਂ ਸਰਕਾਰੀ ਆਰਟੀਕਲ ਪੜ੍ਹੇ ਜਾਂ ਸਰਕਾਰ ਦੇ ਮੰਤਰੀਆਂ ਦੀ ਬਿਆਨਬਾਜ਼ੀ ਸੁਣੀ, ਉਹਦੇ ਤੋਂ ਇੱਦਾਂ ਲੱਗਦਾ ਕਿ ਬੀਜੇਪੀ ਵੀ ਦੋ ਪਾਸੇ ਤੁਰੀ ਹੋਈ ਆ। ਇੱਕ ਪਾਸੇ ਤੇ ਉਹ ਸੱਦਾ ਦੇ ਰਿਹਾ ਕਿਸਾਨਾਂ ਨੂੰ ਕਿ ਸਾਡੇ ਨਾਲ ਆਓ ਤੇ ਸਾਡੀ ਗੱਲ ਸੁਣੋ। ਪਹਿਲਾਂ ਉਹ ਕਹਿੰਦੇ ਸੀ ਕਿ ਤੁਸੀਂ ਸਾਡੇ ਕੋਲ ਆਓ, ਤੁਹਾਨੂੰ ਸਾਡੀ ਗੱਲ ਸਮਝਾਵਾਂਗੇ। ਹੁਣ ਉਹ ਕਹਿੰਦੇ ਆ ਕਿ ਅਸੀਂ ਤੁਹਾਡੀ ਗੱਲ ਸੁਣਾਂਗੇ। ਤੇ ਨਾਲ ਦੀ ਨਾਲ ਕੱਲ ਇਹਨਾਂ ਦੀ ਇੱਕ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਹੀ, ਪੰਜਾਬ ਦੀ ਸਾਰੀ ਕਾਰਜਕਾਰਨੀ ਦੀ, ਸਾਰੀ ਹਾਈ ਕਮਾਂਡ ਦੀ ਤੇ ਭਾਜਪਾ ਦੀ। ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਅਸੀਂ 10 ਲੱਖ ਜਿਹੜੇ ਪਰਚੇ ਬਣਾ ਕੇ ਵੰਡਣੇ ਆ ਤੇ ਕਿਸਾਨਾਂ ਨੂੰ ਸਮਝਾਉਣਾ ਆ। ਇਹ ਦੋ ਧਾਰਾਂ ਜਿਹੜੀਆਂ ਆ ਇਹ ਕਿੱਦਾਂ ਚੱਲਣਗੀਆਂ? ਗੱਲ ਇਹੋ ਹੀ ਆ ਨਾ ਵੀ ਦੋਨੋਂ ਪਾਸੇ ਚੱਲ ਰਹੇ ਆ। ਇੱਕ ਪਾਸੇ ਤਾਂ ਕਹਿ ਰਹੇ ਆ ਜਿਹੜਾ ਪਹਿਲਾ ਮਜ਼ਮੂਨ ਸੀ ਵੀ ਅਸੀਂ ਜੀ ਉੱਥੇ ਕਾਨਫਰੰਸ ਕਰਦੇ ਹਾਂ, ਵਿਚਾਰ ਚਰਚਾ ਕਰਾਂਗੇ, ਤੁਹਾਨੂੰ ਕਾਨੂੰਨਾਂ ਦੇ ਬਾਰੇ ਜਿਹੜੇ ਪਾਸ ਕੀਤੇ ਆ ਇਹਦੇ ਜਿਹੜੇ ਫਾਇਦੇ ਦੱਸਾਂਗੇ, ਇਹਦੇ ਲਾਭ ਦੱਸਾਂਗੇ ਜੀ। ਜਿਹੜਾ ਹੁਣ ਦਾ ਮਜ਼ਮੂਨ ਆ ਉਹਦੇ ਵਿੱਚ ਇਹ ਕਿਹਾ ਵੀ ਸਰਕਾਰ ਤੁਹਾਡੇ ਨਾਲ ਗੱਲ ਕਰਨ ਦੀ ਉਤਸੁਕ ਆ ਜੀ। ਦੋਨੋਂ ਵਿੱਚੋਂ ਬਹੁਤ ਫਰਕ ਆ। ਤੇ ਕਿਤੇ ਲੱਗਦਾ ਉਹਨਾਂ ਨੂੰ ਜਿਹੜਾ ਪਹਿਲਾਂ ਸਾਡਾ ਮਜ਼ਮੂਨ ਸੀ ਉਹ ਇਸ ਤਰੀਕੇ ਨਾਲ ਨਹੀਂ ਉਹਨਾਂ ਨੂੰ ਚੰਗੀ ਤਰ੍ਹਾਂ ਸੰਦੇਸ਼ ਪਹੁੰਚ ਸਕਿਆ, ਇਸ ਕਰਕੇ ਦੂਜੀ ਤਰੀਕੇ ਨਾਲ ਦਿੱਤਾ ਵੀ ਸ਼ਾਇਦ ਇਹ ਕਿਸਾਨ ਮੰਨ ਲੈਣ। ਹੁਣ ਜਿਹੜਾ ਦੂਸਰਾ ਪੁਆਇੰਟ ਇਹਦਾ ਦੇਖਦੇ ਆ, ਇਹਨਾਂ ਨੇ 8 ਮੰਤਰੀ ਵੀ ਲਾਏ ਵਾ ਜੀ, ਜਿਹੜੇ ਕਿ ਪੰਜਾਬ ਵਿੱਚ ਅੱਜ ਤੋਂ ਇਹ ਕਿਸਾਨਾਂ ਨਾਲ ਵਰਚੁਅਲ ਮੀਟਿੰਗ ਕਰਨਗੇ, ਵਰਚੁਅਲ ਉਹਨਾਂ ਨਾਲ ਕਾਨਫਰੰਸ ਕਰਕੇ ਉਹਨਾਂ ਨੂੰ ਇਸੇ ਕਾਨੂੰਨ ਦੇ ਫਾਇਦੇ ਦੱਸਣਗੇ। ਹੁਣ ਇਹ ਸਮਝ ਨਹੀਂ ਲੱਗ ਰਹੀ ਵੀ ਭਾਜਪਾ ਵਾਲੇ ਇੱਕ ਪਾਸੇ ਤਾਂ ਗੱਲਬਾਤ ਨੂੰ ਕਹਿ ਰਹੇ ਆ ਵੀ ਤੁਹਾਡੇ ਜਿਹੜੇ ਸ਼ੰਕੇ ਆ ਅਸੀਂ ਦੂਰ ਕਰਨ ਦਾ ਯਤਨ ਕਰਦੇ ਆ, ਦੂਜੇ ਪਾਸੇ ਆਪਣੀਆਂ ਮੰਤਰੀਆਂ ਨੂੰ ਪੂਰੇ ਪੰਜਾਬ 'ਚ ਫੈਲਾ ਦਿੱਤਾ ਹੈ, ਜਿਹਦੇ ਵਿੱਚ ਸੈਂਟਰ ਦੇ ਮੰਤਰੀ ਆ, ਹਰਦੀਪ ਸਿੰਘ ਪੁਰੀ ਆ, ਸੋਮ ਪ੍ਰਕਾਸ਼ ਆ, ਹੋਰ ਵੱਡੇ ਲੀਡਰ ਆ ਜਿਹੜੇ ਜਤਿੰਦਰ ਸਿੰਘ ਆ, ਉਹ ਸਾਰੇ ਆ ਕੇ ਪੰਜਾਬ ਵਿੱਚ ਕਿਸਾਨਾਂ ਨਾਲ ਵਰਚੁਅਲ ਮੀਟਿੰਗ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਦਾ ਇਹ ਤਿਆਰੀ ਕਰ ਰਹੇ ਆ। ਅੱਜ ਤੋਂ ਸ਼ੁਰੂ ਹੋ ਰਿਹਾ ਇਹਨਾਂ ਦੀ ਮੁਹਿੰਮ। ਤੇ ਜਿਵੇਂ ਤੁਸੀਂ ਉਹ ਦੱਸਿਆ ਵੀ ਭਾਜਪਾ ਸੂਬਾ ਕਾਰਜਕਾਰਨੀ ਦੇ ਵਿੱਚ ਵੀ ਇਹ ਦੱਸਿਆ ਵੀ 10 ਲੱਖ ਪਰਚੇ ਵੰਡਣਗੇ। ਤੋਂ ਕਹਿਣ ਤੋਂ ਭਾਵ ਹੈ ਵੀ ਉਹ ਆਪਣੇ ਤੌਰ 'ਤੇ ਹਾਲੇ ਵੀ ਆਪਣੇ ਆਪ ਨੂੰ ਸਹੀ ਦੱਸ ਰਹੇ ਆ ਬਈ ਅਸੀਂ ਜੋ ਕੀਤਾ ਸਹੀ ਆ। ਕਿਸਾਨਾਂ ਨੂੰ ਇਹਦੇ ਬਾਰੇ ਨਹੀਂ ਪਤਾ, ਇਹਨਾਂ ਨੂੰ ਸਮਝਾਉਣ ਦੀ ਲੋੜ ਆ ਜਾਂ ਇਹਨਾਂ ਨੂੰ ਜਾਗਰੂਕ ਕਰਨ ਦੀ ਲੋੜ ਆ। ਤੇ ਜੇ ਉਹਨਾਂ ਨੂੰ ਗੱਲਬਾਤ ਕਰਨ ਲਈ ਸੱਦ ਰਹੇ ਆ ਤਾਂ ਉਹਨਾਂ ਦਾ ਸ਼ੰਕੇ ਤਾਂ ਦੂਰ ਕਰਨੇ ਪੈਣਗੇ ਨਾ ਵੀ ਸ਼ੰਕੇ ਕਾਹਦੇ ਸੀਗੇ ਤੇ ਕਿਸ ਮਾਮਲੇ ਨੂੰ ਲੈ ਕੇ ਉੱਠੇ ਆ। ਜੇ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਹੁਣ ਜੋ ਜਾਗੀ ਆ ਸਰਕਾਰ, ਜਦੋਂ 3-4 ਮਹੀਨਿਆਂ ਬਾਅਦ ਜੇ ਉਦੋਂ ਆਰਡੀਨੈਂਸ ਬਣੇ ਸੀਗੇ ਉਦੋਂ ਹੀ ਉਹਨਾਂ ਨੂੰ ਦੱਸਿਆ ਜਾਂਦਾ ਵੀ ਸਾਡੇ ਕੋਲ ਭਾਈ ਆਰਡੀਨੈਂਸ ਤਿਆਰ ਕੀਤੇ ਆ, ਤੁਸੀਂ ਆਓ ਇਹਦੇ 'ਚ ਦੇਖੋ ਕਿਹੜੀਆਂ ਮੱਦਾਂ ਜਿਹੜੀਆਂ ਗਲਤ ਆ ਜਾਂ ਕਿਹੜੀਆਂ ਤੁਹਾਡੇ ਫਾਇਦੇ 'ਚ ਨਹੀਂ ਹੈਗੀਆਂ ਜਾਂ ਕਿਹੜੀਆਂ ਇਹਦੇ 'ਚ ਹੋਰ ਐਡ ਕਰਨੀਆਂ ਅਸੀਂ ਕਰ ਸਕਦੇ ਹਾਂ। ਉਦੋਂ ਤਾਂ ਕਿਸੇ ਨੇ ਇਹ ਸੋਚਿਆ ਨਹੀਂ ਤੇ ਉਦੋਂ ਫਟਾਫਟ ਕਾਹਲੀ ਕੀਤੀ। ਲਾਕਡਾਊਨ ਦੇ ਵਿੱਚ ਹੀ ਲੋਕ ਤਾਂ ਆਪੋ ਆਪਣੇ ਕਾਰੋਬਾਰਾਂ ਨੂੰ ਲੈ ਕੇ ਚਿੰਤਤ ਹੋਏ ਸੀ ਤੇ ਇਹਨਾਂ ਨੇ ਕਿਸਾਨਾਂ ਦੇ ਸੰਘੀ ਘੁੱਟਣ ਦੇ ਵਾਂਗ ਇੱਕ ਕਿਸਮ ਦਾ ਕਹਿ ਲਈਏ ਵੀ ਉਹਨਾਂ ਨੂੰ ਫਟਾਫਟ ਆਰਡੀਨੈਂਸ ਤਿਆਰ ਕਰ ਲਿਆ। ਉਸ ਦੇ ਨਾਲ ਫਟਾਫਟ ਉਹ ਤਿਆਰ ਕਰਕੇ ਤੇ ਨਾਲ ਹੀ ਇਜਲਾਸ ਸੱਦ ਲਿਆ ਥੋੜ੍ਹੇ ਦਿਨਾਂ ਦਾ। ਉਹਦੇ ਵਿੱਚ ਪਹਿਲੇ ਨੰਬਰ 'ਤੇ ਕਾਨੂੰਨ ਬਿੱਲ ਹੀ ਇਹਨਾਂ ਦੇ ਰੱਖ ਦਿੱਤੇ ਜੀ ਵੀ ਇਹ ਕਿਸੇ ਨਾ ਕਰਕੇ ਹੋਵੇ ਨਾ ਹੋਵੇ ਇਹ ਹੁਣ ਲਾਕਡਾਊਨ ਦੇ ਵਿੱਚ ਹੀ ਪਾਸ ਕਰ ਦਈਏ ਜਿਹੜਾ ਰੌਲਾ ਨਾ ਪਊਗਾ।
ਪਰ ਉਹਨਾਂ ਨੂੰ ਇੰਨਾ ਅੰਦਾਜ਼ਾ ਨਹੀਂ ਸੀਗਾ ਵੀ ਇਹਦੇ ਖਿਲਾਫ ਇਸ ਪੱਧਰ ਤੱਕ ਆਵਾਜ਼ ਉੱਠੇਗੀ। ਤਾਂ ਹੁਣ ਉਹ ਆਵਾਜ਼ ਉੱਠ ਗਈ ਆ, ਤਾਂ ਉਹਨੂੰ ਲੈ ਕੇ ਹੁਣੇ ਗੱਲਬਾਤ ਦੇ ਦੌਰ ਵਿੱਚ ਆ ਗਏ ਆ ਵੀ ਚਲੋ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ। ਪਰ ਨਤੀਜਾ ਕੀ ਨਿਕਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕਿਸਾਨ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੁੰਦੇ ਜਾਂ ਨਹੀਂ ਹੁੰਦੇ ਆ, ਇਹ ਵੀ ਹਜੇ ਕਹਿਣਾ ਮੁਸ਼ਕਿਲ ਹੈ ਜੀ। ਇਹਦੇ ਲਈ ਆਪਾਂ ਅਗਲੀ ਗੱਲ ਕਰਦੇ ਸੀਗੇ ਕਿਸਾਨਾਂ ਦੀ ਜਿਹੜੀਆਂ ਜਥੇਬੰਦੀਆਂ ਸਾਰੀਆਂ, ਉਹਨਾਂ ਦੀ ਅੱਜ ਹੀ ਮੀਟਿੰਗ ਹੈ ਇਸ ਕੰਮ ਨੂੰ, ਇਸ ਚੀਜ਼ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਜਿਹੜੀਆਂ ਧੜੇਬੰਦੀਆਂ ਆ, ਜਿੰਨੀਆਂ ਸਾਡੀਆਂ ਜਥੇਬੰਦੀਆਂ ਆ, ਧੜੇਬੰਦੀਆਂ ਨਹੀਂ ਸੌਰੀ ਹੈ ਤੇ ਧੜੇਬੰਦੀਆਂ ਜਾਂ ਜਥੇਬੰਦੀਆਂ ਹੀ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਨੇ ਇਸ ਸੰਘਰਸ਼ ਨੂੰ ਲੈ ਕੇ, ਜਾਂ ਇਸ ਸੰਘਰਸ਼ ਤੋਂ ਪਹਿਲਾਂ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਹੋਂਦ ਆ, ਉਹਨਾਂ ਦੇ ਵਿੱਚੋਂ ਹੀ ਇੱਕ ਦੋ ਨੇ ਕਿਹਾ ਆ ਕਿ ਅਸੀਂ ਇਸ ਗੱਲਬਾਤ ਲਈ ਜਾਵਾਂਗੇ, ਤੇ ਇੱਕ ਦੋ ਨੇ ਪਹਿਲਾਂ ਹੀ ਕਹਿਤਾ ਕਿ ਅਸੀਂ ਨਹੀਂ ਜਾਵਾਂਗੇ। ਮੈਂ ਇਹਦੇ ਬਾਰੇ ਪਹਿਲਾਂ ਦੱਸ ਦੇਵਾਂ ਕਿ ਮੈਂ ਕਿਤੇ ਪੜ੍ਹਿਆ ਸੀਗਾ ਵੀ ਕੇਂਦਰ ਨੇ ਰੇਲਵੇ ਨੂੰ ਕਹਿ ਦਿੱਤਾ ਵੀ ਜਿਹੜਾ ਕਿਸਾਨ ਅੰਦੋਲਨ ਹੈ 15 ਤੱਕ ਖਤਮ ਹੋ ਜਾਣਾ ਜੀ। ਪਤਾ ਨਹੀਂ ਹੁਣ ਕਿਵੇਂ ਖਤਮ ਕਰ ਰਹੇ ਹੋ, ਕਿਵੇਂ ਉਹਨਾਂ ਨੂੰ ਲੱਗਾ ਵੀ ਖਤਮ ਹੋ ਜਾਣਾ। ਉਹਨਾਂ ਨੇ ਰੇਲਵੇ ਨੂੰ ਕਿਹਾ ਵੀ ਮੂਹਰੇ ਤਿਉਹਾਰ ਆ ਰਹੇ ਆ, ਉਹਦੇ ਲਈ ਆਪਾਂ ਗੱਡੀਆਂ ਚਲਾਉਣੀਆਂ ਤੇ ਉਹਦੇ ਲਈ ਤੁਸੀਂ ਬੁਕਿੰਗ ਸ਼ੁਰੂ ਕਰ ਦਿਓ ਜੀ। ਹੁਣ ਮੀਟਿੰਗ ਉਹਨਾਂ ਨੇ ਸੱਦ ਲਈ 14 ਦੀ, ਅਗਲਾ ਦਿਨ 15 ਆ। ਹੁਣ 14 ਨੂੰ ਉਹਨਾਂ ਨੂੰ ਐਡਾ ਕਿਹੜਾ ਕੌਨਫੀਡੈਂਸ ਹੈ, ਇੰਨਾ ਵਿਸ਼ਵਾਸ ਹੈ ਵੀ ਇਹ ਮਸਲਾ ਹੱਲ ਹੋ ਜਾਊਗਾ। ਤਾਂ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਪਾਟੋ ਧਾੜ ਹੋਣੀਆਂ ਸ਼ੁਰੂ ਹੋ ਗਈਆਂ। ਕਿਸੇ ਦੀ ਰਾਏ ਕੋਈ ਆ ਤੇ ਕਿਸੇ ਦੀ ਰਾਏ ਕੋਈ ਆ। ਕੋਈ ਕਹਿੰਦਾ ਜੀ ਮੈਂ ਸੱਦਾ ਪ੍ਰਵਾਨ ਕਰ ਲਿਆ, ਮੈਂ ਤਾਂ ਭਾਈ ਆਪਣਾ ਵਫਦ ਭੇਜੂੰਗਾ, ਗੱਲਬਾਤ ਦਾ ਜਿਹੜਾ ਰਾਹ ਅਸਲ ਜਿਹੜਾ ਰਾਹ ਆ ਮਸਲੇ ਦਾ ਹੱਲ ਉਹ ਗੱਲਬਾਤ ਹੀ ਆ, ਉਹਦੇ 'ਚ ਆਪਣਾ ਪੱਖ ਰੱਖਾਂਗੇ। ਕੋਈ ਕਹਿੰਦਾ ਵੀ ਨਹੀਂ ਇਹਨਾਂ ਨੇ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਕਿਸਾਨ ਜਥੇਬੰਦੀਆਂ ਨੂੰ, ਕੇਵਲ ਤੇ ਕੇਵਲ ਪੰਜਾਬ ਦੇ ਕਿਸਾਨਾਂ ਸੰਗਠਨਾਂ ਨੂੰ ਕਿਉਂ ਇਹਨਾਂ ਨੇ ਸੱਦਾ ਦਿੱਤਾ ਜੀ, ਇਹ ਵੀ ਸਵਾਲ ਉੱਠ ਰਹੇ ਆ। ਬਿਲਕੁਲ ਹਰਿਆਣੇ ਦੇ ਕਿਸਾਨਾਂ ਨੂੰ ਕਿਉਂ ਨਹੀਂ ਸੱਦਿਆ, ਹਰਿਆਣੇ ਦੇ ਨਾਲ ਹੋਰ ਸੂਬਿਆਂ ਦੇ ਕਿਸਾਨ ਸੰਗਠਨਾਂ ਨੂੰ ਕਿਉਂ ਨਹੀਂ ਸੱਦਿਆ। ਉਹਨਾਂ ਨੂੰ ਇਹ ਲੱਗਦਾ, ਜਿਨ੍ਹਾਂ ਨੇ ਇਹ ਪ੍ਰਮਾਣ ਨਹੀਂ ਕੀਤਾ ਵੀ ਅਸੀਂ ਗੱਲਬਾਤ 'ਚ ਨਹੀਂ ਜਾਵਾਂਗੇ, ਉਹਨਾਂ ਦਾ ਸ਼ੱਕ ਔਰ ਉਹਨਾਂ ਦਾ ਦੋਸ਼ ਇਹ ਹੈ ਕਿ ਕੇਂਦਰ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਜਾਂ ਇਹਨਾਂ ਨੂੰ ਤਾਰਪੀੜੋ ਕਰਨ ਲਈ ਇਹਨਾਂ ਨੂੰ ਵੰਡਣਾ ਚਾਹੁੰਦੀ ਆ। ਵੰਡਣਾ ਇਸੇ ਕਰਕੇ ਹੈ ਵੀ ਕੇਵਲ ਸਿਰਫ ਪੰਜਾਬ ਨੂੰ ਸੱਦਾ ਦੇਣਾ ਔਰ ਦੂਜੇ ਜਥੇਬੰਦੀਆਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਨਹੀਂ ਸੱਦਾ ਦੇਣਾ, ਇਹ ਆਪਣੇ ਆਪ 'ਚ ਲੱਗਦਾ ਵੀ ਉਹ ਉਹਨਾਂ ਨੂੰ ਸਿਰਫ ਇੰਨਾ ਹੀ ਆ ਵੀ ਪੰਜਾਬ ਦੇ ਕਿਸਾਨ ਹੀ ਰੌਲਾ ਪਾ ਰਹੇ, ਬਾਕੀ ਸੂਬੇ ਦੇ ਨਹੀਂ ਪਾ ਰਹੇ। ਇਹ ਕਈ ਮੰਤਰੀ ਕਹਿ ਵੀ ਹਟੇ ਆ। ਪਰ ਆਕਾਸ਼ ਜਾਵੜੇਕਰ ਦਾ ਪਿਛਲੇ ਦਿਨ ਹੀ ਸੀਗਾ, ਪੂਨੇ ਜਾ ਕੇ ਬਿਆਨ ਦਿੱਤਾ ਸੀਗਾ ਵੀ ਕੇਵਲ ਪੰਜਾਬ 'ਚ ਹੀ ਰੌਲਾ ਜੀ, ਉਹ ਜਿਹੜੀਆਂ ਸਿਆਸੀ ਪਾਰਟੀਆਂ ਉਹ ਕਿਸਾਨਾਂ ਦੇ ਉਹ ਮੋਹਰੇ ਕਰਕੇ ਆਪਣਾ ਹਿੱਤ ਸਵਾਰਦੀਆਂ ਜੀ। ਤਾਂ ਉਹਨਾਂ ਨੂੰ ਇਸ ਕਰਕੇ ਲੱਗਦਾ ਵੀ ਸਿਰਫ ਪੰਜਾਬ ਨੂੰ ਸੱਦਾ ਦੇਣਾ ਇਹ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀੜੋ ਕਰਨ ਦਾ ਇੱਕ ਯਤਨ ਆ ਜੀ। ਤੇ ਇਹਦੇ ਤੋਂ ਇਲਾਵਾ ਇਸ ਤੋਂ ਬਾਅਦ ਜਿਹੜੀ ਸਾਡੇ ਸਾਹਮਣੇ ਸਥਿਤੀ ਬਣਦੀ ਆ ਵੀ ਜੇ ਇਹ ਕਿਸਾਨ ਜਥੇਬੰਦੀਆਂ ਅੱਜ ਦੀ ਮੀਟਿੰਗ 'ਚ, ਚਲੋ ਠੀਕ ਹੈ ਉਹਨਾਂ ਨੂੰ ਵੱਖਰੇ ਬਿਆਨ ਨਹੀਂ ਦੇਣੇ ਚਾਹੀਦੇ ਸੀ, ਅੱਜ ਦੀ ਮੀਟਿੰਗ ਤੋਂ ਬਾਅਦ ਹੀ ਕੁਝ ਵੀ ਬੋਲਣਗੇ, ਜੇ ਉਹ ਉੱਥੇ ਜਾਂਦੀਆਂ ਤੇ ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਪੂਰਾ ਆਸ਼ਵਾਸਨ ਆ, ਉਹ ਇਹਦੇ ਲਈ ਬਹੁਤ ਤਿਆਰ ਆ ਕਿ ਇਹ ਜਿਹੜਾ ਖਤਮ ਹੋ ਜਾਣਾ ਹੈ 14 ਨੂੰ ਤੇ 15 ਤੋਂ ਸਭ ਕੁਝ ਆਮ ਹੋ ਜਾਣਾ। ਕੀ ਲੱਗਦਾ ਤੁਹਾਨੂੰ ਜੇ ਸਾਰੀ ਜਥੇਬੰਦੀਆਂ ਉੱਥੇ ਜਾਂਦੀਆਂ ਤੇ ਕਿਹੋ ਜਿਹਾ ਰਿਜ਼ਲਟ ਹੋ ਸਕਦੇ? ਹੋ ਸਕਦਾ ਕਿ ਸਰਕਾਰ ਸਾਡੀ ਗੱਲ ਜਿਹੜੀ ਆ ਉਹ ਸੁਣ ਲੈ। ਇਹ ਮੈਂ ਪੜ੍ਹਿਆ ਜ਼ਰੂਰ ਆ ਵੀ ਉਹਨਾਂ ਨੇ ਇਹ ਕਿਹਾ ਵੀ 15 ਤੱਕ ਇਹ ਜਿਹੜਾ ਖਤਮ ਹੋ ਜਾਣਾ। ਹੁਣ ਉਹਨੂੰ ਕਿਵੇਂ ਕਰਦੇ ਖਤਮ, ਕਿਵੇਂ ਨਹੀਂ ਕਰਦੇ, ਇਹ ਸਰਕਾਰ ਨੂੰ ਜ਼ਿਆਦਾ ਪਤਾ ਹੋਊਗਾ ਵੀ ਉਹਨਾਂ ਦੀ ਗੱਲਬਾਤ ਕਿਸ ਪੱਧਰ ਤੱਕ ਹੋ ਰਹੀ ਆ, ਜਾਂ ਉਹਨਾਂ ਨੂੰ ਲੱਗਦਾ ਵੀ ਕਿਸਾਨ ਜਿਹੜੇ ਸਾਰੇ ਸ਼ਾਮਲ ਹੋਣਗੇ। ਪਰ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਜਿਹਦੇ ਵਿੱਚ ਪਹਿਲਾਂ 31 ਜਥੇਬੰਦੀਆਂ ਸੀਗੀਆਂ, ਉਹਨਾਂ 'ਚੋਂ ਇੱਕ ਜਥੇਬੰਦੀ ਤਾਂ ਆਪਣੇ ਆਪ ਸੁਪਰੀਮ ਕੋਰਟ ਚੱਲ ਗਈ, ਉਹਨਾਂ ਨੂੰ ਇਹਨਾਂ ਨੇ ਪਹਿਲੇ ਮੁਅੱਤਲ ਕਰਤਾ। ਉਹਨਾਂ ਦੇ ਵਿੱਚੋਂ ਪਰ ਹੈਗੇ ਨਾਲ ਹੀ ਆ ਉਹ, ਨਹੀਂ ਹਾਲੇ ਨਹੀਂ ਨਾਲ, ਜਿਹੜੇ ਜਥਾ ਸੱਦਾ ਦਿੱਤਾ ਉਹ 29 ਨੂੰ ਦਿੱਤਾ ਇਹਨਾਂ ਨੇ ਜੀ। ਕੇਂਦਰ ਨੇ ਸੱਦਾ ਵੀ 29 ਨੂੰ ਦਿੱਤਾ, 30ਵੀਂ ਉਹਨਾਂ ਨੇ ਵੀ ਛੱਡਤੀ। ਅੱਛਾ ਜੀ, ਲੱਖੋਵਾਲ ਗਰੁੱਪ ਉਹਨਾਂ ਨੇ ਵੀ ਛੱਡਤਾ, 29 ਨੂੰ ਸੱਦਾ ਦਿੱਤਾ ਆ। ਉਹਦੇ ਵਿੱਚ ਵੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨਾਂ ਨੇ ਤਾਂ ਕਹਿਤਾ ਬਈ ਅਸੀਂ ਸ਼ਾਮਲ ਨਹੀਂ ਹੋਣਾ। ਜਿਹੜਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਆ ਉਹ ਕਹਿੰਦਾ ਜੀ ਅਸੀਂ ਸ਼ਾਮਲ ਹੋਵਾਂਗੇ। ਬਾਕੀਆਂ ਦਾ ਕੀ ਫੈਸਲਾ ਹੁੰਦਾ ਆ ਉਹ ਅੱਜ ਦੀ ਮੀਟਿੰਗ ਤੈਅ ਕਰੂਗੀ। ਪਰ ਇਹਨਾਂ ਨੂੰ ਚਾਹੀਦਾ ਤਾਂ ਇਹ ਆ ਵੀ ਏਕਤਾ ਦੇ ਵਿੱਚ ਹੀ ਸਾਰਾ ਕੁਛ ਆ। ਜੇ ਏਕਤਾ ਕਰਨਗੇ ਤਾਂ ਹੀ ਆਪਣਾ ਕੋਈ ਹੱਕ ਮੰਗਣ ਦੇ ਯੋਗ ਹੋਣਗੇ, ਆਪਣਾ ਅਧਿਕਾਰ ਲੈ ਸਕਣਗੇ। ਖੇਤੀ ਕਾਨੂੰਨ ਜਿਹੜੇ ਮਾਰੂ ਆ ਕਿਸਾਨਾਂ ਲਈ ਉਹਨੂੰ ਰੱਦ ਕਰਵਾ ਸਕਣਗੇ। ਜੇ ਆਪਸ ਵਿੱਚ ਹੀ ਦੋ ਰਸਤੇ ਬਦਲ ਕੇ ਚੱਲਣਗੇ ਤਾਂ ਇਹਦਾ ਫਾਇਦਾ ਕੁਦਰਤੀ ਆ ਕਿ ਸਰਕਾਰਾਂ ਵੀ ਲੈਣਗੀਆਂ ਤੇ ਸਿਆਸੀ ਪਾਰਟੀਆਂ ਵੀ ਲੈਣਗੀਆਂ। ਇਸ ਰਾਹ ਵੱਲ ਨਾ ਤੁਰਦੇ ਹੋਏ ਕਿਸਾਨਾਂ ਨੂੰ ਇਹੀ ਚਾਹੀਦਾ ਵੀ ਉਹ ਇੱਕ ਮੁੱਠ ਹੋ ਕੇ ਆਪਣੀ ਗੱਲ ਜੋ ਵੀ ਰੱਖਣੀ ਆ, ਚਾਹੇ ਗੱਲਬਾਤ ਲਈ ਜਾਣਾ ਆ ਚਾਹੇ ਨਹੀਂ ਜਾਣਾ ਆ, ਉਹ ਇੱਕ ਮੁੱਠ ਹੋ ਕੇ ਫੈਸਲਾ ਲੈਣਾ ਚਾਹੀਦਾ ਇਹਨਾਂ ਨੂੰ ਜੀ। ਸ਼ੇਰਗਿੱਲ ਸਾਹਿਬ, ਇਸੇ ਗੱਲ ਦੇ ਵਿੱਚ ਜਦੋਂ ਅਸੀਂ ਕੱਲ੍ਹ ਦੀ ਜਿਹੜੀ ਘਟਨਾਕ੍ਰਮ ਹੈ ਉਹਦਾ ਜ਼ਿਕਰ ਕਰਦੇ ਹਾਂ ਕਿ ਭਾਜਪਾ ਦੀ ਜਿਹੜੀ ਕੌਮੀ ਕਾਰਜਕਾਰਨੀ ਆ ਪੰਜਾਬ ਦੀ ਜਿਹੜੀ, ਉਹਦੀ ਜਲੰਧਰ ਦੇ ਵਿੱਚ ਇੱਕ ਮੀਟਿੰਗ ਸੀ ਤੇ ਇੱਥੇ ਵੀ ਉਹਦਾ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ। ਇਸ ਤੋਂ ਬਾਅਦ ਜਿਹੜੇ ਪ੍ਰਧਾਨ ਸਾਹਿਬ ਇੱਥੋਂ ਪਠਾਨਕੋਟ ਲਈ ਰਵਾਨਾ ਹੋਏ ਜਲੰਧਰ ਤੋਂ, ਤੇ ਉੱਥੇ ਜਿਹੜਾ ਰਸਤੇ ਦੇ ਵਿੱਚ ਉਹਨਾਂ ਨਾਲ ਜੋ ਹੋਇਆ, ਕਿਤੇ ਨਾ ਕਿਤੇ ਇਹ ਵੀ ਕਿਸਾਨੀ ਸੰਘਰਸ਼ ਨੂੰ ਤੋੜਨ ਦੀਆਂ ਹੀ
ਘਟਨਾਵਾਂ ਲੱਗਦੀਆਂ ਨੇ, ਕਿਉਂਕਿ ਜੇ ਅਸੀਂ ਇਸ ਸੰਘਰਸ਼ ਦੀ ਗੱਲ ਕਰੀਏ ਜਦੋਂ ਤੋਂ ਸ਼ੁਰੂ ਹੋਇਆ, ਲਗਭਗ ਮਹੀਨਾ ਹੋ ਗਿਆ, ਕੋਈ ਇੱਕ ਅੱਧਾ ਦਿਨ ਅੱਗੇ ਪਿੱਛੇ ਹੋਊਗਾ, ਬਿਲਕੁਲ ਜੀ। ਤੇ ਪੂਰੇ ਪੰਜਾਬ ਚੋਂ ਕਿਤਿਓਂ ਵੀ ਇੱਕ ਪੈਸੇ ਦੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਸੁਣੀ ਸੀ ਵੀ ਕਿਸੇ ਨੇ ਕਿਸੇ ਨੂੰ ਪਰੇਸ਼ਾਨ ਕੀਤਾ ਹੋਵੇ, ਕਿਸੇ ਦੀ ਕੋਈ ਗੱਡੀ ਰੋਕੀ ਹੋਵੇ ਜਾਂ ਕਿਸੇ ਨੇ ਕੋਈ ਹਥਿਆਰ ਲਹਿਰਾਇਆ ਵੀ ਹੋਵੇ। ਜੀ ਬਿਲਕੁਲ। ਅਸੀਂ ਪੰਜਾਬ ਦੀਆਂ ਬਹੁਤ ਸਾਰੀਆਂ ਅੰਦੋਲਨਾਂ ਦੇ ਵਿੱਚ ਬਹੁਤ ਸਾਰਿਆਂ ਵਿੱਚ ਦੇਖਦੇ ਹਾਂ ਕਿ ਸਾਡੇ ਜਦੋਂ ਨੌਜਵਾਨ ਘਰੋਂ ਨਿਕਲਦੇ ਆ ਤੇ ਉਹ ਮੋਟਰਸਾਈਕਲਾਂ ਤੇ ਜਾਂ ਬਹੁਤ ਸਾਰੀਆਂ ਹਥਿਆਰ ਲੈ ਕੇ ਉਹ ਕਰਦੇ ਨੇ, ਪਰ ਇਹ ਜਿਹੜੇ 30 ਦਿਨ ਜਾਂ 25 ਦਿਨ ਜਾਂ 1 ਮਹੀਨਾ ਨਿਕਲਿਆ ਉਹਦੇ ਵਿੱਚ ਇਹੋ ਜਿਹਾ ਕੁਝ ਨਜ਼ਰ ਨਹੀਂ ਆਇਆ। ਫਿਰ ਕੱਲ ਹੀ ਜੋ ਘਟਨਾਕ੍ਰਮ ਹੋਇਆ ਉਹਦੇ ਤੇ ਅਸੀਂ ਜਦੋਂ ਦੇਖੀਏ ਤੇ ਉਹ ਕਿਹੋ ਜਿਹਾ ਨਜ਼ਰ ਆਉਂਦਾ। ਇਹ ਸਾਰੀਆਂ ਗੱਲਾਂ ਅਸੀਂ ਕਰਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀਗੇ ਕਿ ਜਿਹੜਾ ਕਿਸਾਨੀ ਸੰਘਰਸ਼ ਆ ਉਹ ਬੜੇ ਦਿਨਾਂ ਤੋਂ ਬਹੁਤ ਸ਼ਾਂਤਮਈ ਤੇ ਪੂਰੇ ਪੰਜਾਬ ਦਾ ਸੰਘਰਸ਼ ਆ। ਹੁਣ ਮੈਂ ਆਪਣੇ ਸ਼ਬਦ ਵਾਪਸ ਲੈਣਾ, ਇਹ ਕਿਸਾਨੀ ਸੰਘਰਸ਼ ਨਹੀਂ ਹੈਗਾ, ਇਸ ਵੇਲੇ ਇਹਨੂੰ ਪੂਰੇ ਪੰਜਾਬ ਦਾ ਸਮਰਥਨ ਆ, ਹਰ ਵਰਗ ਦਾ। ਜੀ ਬਿਲਕੁਲ, ਤੁਸੀਂ ਗੱਲ ਕੀਤੀ ਸੀ, ਜੇ ਆਪਾਂ ਨਾ ਹੀ ਲਈਏ ਕਿਸੇ ਵਰਗ ਦਾ ਤੇ ਕਿਸੇ ਵੀ ਵਰਗ ਨੂੰ ਤੁਸੀਂ ਛੱਡ ਨਹੀਂ ਸਕਦੇ, ਬਿਲਕੁਲ, ਚਾਹੇ ਉਹ ਸਾਰੀਆਂ ਸਿਆਸੀ ਧਿਰਾਂ, ਚਾਹੇ ਉਹ ਕਿਤੇ ਨਾ ਕਿਤੇ ਆਪਣੇ ਹਰ ਆਮ ਬੰਦਾ ਇਹਦੇ ਨਾਲ ਸ਼ਾਮਲ, ਜਿਹੜੀਆਂ ਸਿਆਸੀ ਧਿਰਾਂ ਵੀ ਆ, ਚਾਹੇ ਉਹ ਆਪਣੇ ਮਫਾਦ ਲਈ ਜੁੜੀਆਂ, ਪਰ ਕਿਸਾਨਾਂ ਨਾਲ ਸਾਰੇ ਇਸ ਵੇਲੇ ਜੁੜ ਕੇ ਖੜੇ ਆ। ਤੇ ਜਿਹੜੀ ਕੱਲ ਦੀ ਘਟਨਾਕ੍ਰਮ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਗੱਲ ਕੀਤੀ ਆਪ ਜਲੰਧਰ ਦੀ ਜਿਹੜੀ ਸੂਬਾ ਪੱਧਰੀ ਮੀਟਿੰਗ ਦੇ ਵਿੱਚ ਭਾਜਪਾ ਦੀ ਉਹਦਾ ਘਿਰਾਓ ਕੀਤਾ ਗਿਆ ਕਿਸਾਨਾਂ ਦਾ। ਇੱਕ ਥਾਂ ਨਹੀਂ ਹੈਗਾ, ਭਾਜਪਾ ਵਾਲੇ ਜਿੱਥੇ ਵੀ ਕੋਈ ਪ੍ਰੈਸ ਕਾਨਫਰੰਸ ਕਰਦਾ ਆ, ਜਿੱਥੇ ਵੀ ਕੋਈ ਮੀਟਿੰਗ ਕਰਦਾ, ਕਿਸਾਨ ਉਹਦਾ ਘਿਰਾਓ ਕਰਦੇ। ਕਿਸਾਨਾਂ ਦੇ ਮਨ 'ਚ ਭਾਜਪਾ ਨੂੰ ਲੈ ਕੇ ਕਾਫੀ ਗੁੱਸਾ ਆ, ਬਿਲਕੁਲ, ਕਿਉਂਕਿ ਸੈਂਟਰ 'ਚ ਸਰਕਾਰ ਇਸ ਵੇਲੇ ਭਾਜਪਾ ਦੀ ਆ ਔਰ ਜੋ ਕਾਨੂੰਨ ਪਾਸ ਕੀਤੇ ਉਹ ਭਾਜਪਾ ਨੇ ਹੀ ਕੀਤੇ, ਆਪਾਂ ਕਹਿ ਸਕਦੇ ਹਾਂ, ਕਹਿੰਦੇ ਜਾਂ ਹੈਗੇ ਵੀ ਆ, ਬਿਲਕੁਲ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜੇ ਰਲਿਆ ਸੀ ਤਾਂ ਅਕਾਲੀ ਦਲ ਦਾ ਨਾਲ ਰਲਿਆ ਸੀ, ਪਰ ਉਹ ਬਾਹਰ ਨਿਕਲ ਗਿਆ, ਅਸਤੀਫਾ ਦੇ ਦਿੱਤਾ। ਪਰ ਜਿਹੜਾ ਅਸਲ ਗੁੱਸਾ ਉਹਨਾਂ ਨੂੰ ਸੈਂਟਰ ਦੇ ਵਿੱਚ ਇਹੀ ਆ ਵੀ ਬੀਜੇਪੀ ਦਾ, ਵੀ ਅਸੀਂ ਕੇਂਦਰ ਸਰਕਾਰ ਨਾਲ ਹੀ ਆ, ਕੇਂਦਰ ਸਰਕਾਰ ਨਾਲ ਆ, ਉਹਦੇ ਵਿੱਚ ਬੀਜੇਪੀ ਪਾਰਟੀ ਰਲੀ ਹੈਗੀ, ਮੇਨ ਪਾਰਟੀ ਆ, ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੇ ਸੈਂਟਰ 'ਚ ਸਰਕਾਰ ਬਣਾਈ ਆ, ਤੇ ਉਹਨਾਂ ਨਾਲ ਹੁਣ ਧੱਕਾ ਹੋ ਰਿਹਾ, ਤੇ ਉਹਨਾਂ ਦਾ ਗੁੱਸਾ ਜਿਹੜਾ ਆਉਣਾ ਸੁਭਾਵਿਕ ਆ ਵੀ ਹਾਂ ਵੀ ਉਹਨਾਂ ਨੇ ਜਿੱਥੇ ਵੀ ਇਹ ਜਾਂਦੇ ਆ ਉਹਨਾਂ ਦਾ ਘਿਰਾਓ ਕੀਤਾ ਜਾਂਦਾ, ਪੁਲਿਸ ਵਾਲੇ ਰੋਕਦੇ ਆ, ਧੱਕਾ ਮੁੱਕੀ ਹੁੰਦੀ ਆ, ਕਈ ਕੁਝ ਹੁੰਦਾ ਆ। ਉਸ ਧੱਕੇ ਮੁੱਕੀ ਤੋਂ, ਉਸ ਮੀਟਿੰਗ ਤੋਂ ਬਾਅਦ ਜਦੋਂ ਸ਼ਾਮ ਵੇਲੇ ਤੁਸੀਂ ਦੱਸਿਆ ਵੀ ਜਿਵੇਂ ਭਾਜਪਾ ਪ੍ਰਧਾਨ ਵਾਪਸ ਪਠਾਨਕੋਟ ਜਾ ਰਹੇ ਸੀਗੇ ਜੀ, ਤੇ ਚੁਲਾਂਗ ਲਾਗੇ ਜਿੱਥੇ ਕਿ ਆਮ ਹੀ ਤੁਸੀਂ ਸਾਰੇ ਪੰਜਾਬ ਦੇ ਵਿੱਚ ਹੀ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਆ, ਧਰਨੇ ਲਾ ਕੇ ਮੋਰਚੇ ਲਾ ਕੇ ਬੈਠੇ ਆ। ਟੋਲ ਜਿਹੜੇ ਫ੍ਰੀ ਕੀਤੇ ਉਹ ਆ, ਗੱਡੀਆਂ ਲੰਘ ਰਹੀਆਂ, ਕੋਈ ਕਿਸੇ ਨੂੰ ਰੋਕ ਨਹੀਂ ਹੈਗੀ, ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ, ਕੁਛ ਨਹੀਂ ਲੱਗ ਰਹੀ ਆ। ਉੱਥੋਂ ਲੰਘਦੇ ਆ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ, ਸ਼ੀਸ਼ੇ ਭੰਨ ਤੋੜ ਕੀਤੀ ਗਈ ਕਾਫੀ ਉਹਦੀ, ਤੇ ਉੱਥੋਂ ਚਲੋ ਉੱਥੋਂ ਤਾਂ ਸੁਰੱਖਿਆ ਮੁਲਾਜ਼ਮ ਉਹਨਾਂ ਦੇ ਉਹ ਲੈ ਕੇ ਗਾਂ ਦਸੂਹੇ ਚਲੇ ਗਏ, ਡੀਐਸਪੀ ਆਫਿਸ ਜਾ ਕੇ ਬੈਠ ਗਏ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਹਮਲਾ ਕੀਤਾ ਤਾਂ ਕਿਹਨੇ ਕੀਤਾ ਜੀ? ਹੁਣ ਦੇਖੋ, ਉੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਆ, ਕਿਸਾਨ ਵੱਡੀ ਗਿਣਤੀ 'ਚ ਬੈਠੇ ਆ। ਹੁਣ ਗੱਲ ਤਾਂ ਇੱਥੇ ਇਹ ਆਊਗੀ ਵੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਪ੍ਰਧਾਨ ਦੀ ਗੱਡੀ ਭੰਨੀ ਜੀ, ਪਰ ਇਹ ਕਿਸਾਨਾਂ ਨੂੰ ਇਹ ਪੁਰਜੋਰ ਅਪੀਲ ਆ ਬਈ ਇਹ ਤੁਹਾਡੇ ਤੇ ਨਾਲ ਲੱਗ ਕੇ ਕਿਸੇ ਦੀ ਸਾਜ਼ਿਸ਼ ਹੋਵੇ ਚਾਹੇ ਨਾ ਹੋਵੇ, ਪਰ ਤੁਹਾਡੀ ਕੋਸ਼ਿਸ਼ ਜਿਹੜੀ ਤੁਸੀਂ 1 ਮਹੀਨੇ ਤੋਂ ਇੱਕ ਸ਼ਾਂਤ ਤਰੀਕੇ ਨਾਲ ਇਹ ਅੰਦੋਲਨ ਕਰਦੇ ਆ ਰਹੇ, ਜਿਹਦੀ ਸਿਫਤ ਇਕੱਲੇ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਚੈਨਲਾਂ ਨੇ ਵੀ ਕੀਤੀ, ਬਿਲਕੁਲ, ਵੀ ਇਹਨਾਂ ਨੇ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ। ਜੇ ਕੋਈ ਬਿਮਾਰ ਆ ਉਹਨਾਂ ਨੂੰ ਵੀ ਜਾਣ ਦਿੱਤਾ, ਜਿਹਨੂੰ ਕੋਈ ਜ਼ਰੂਰੀ ਕੰਮ ਆ ਉਹਨਾਂ ਨੂੰ ਵੀ ਜਾਣ ਦਿੱਤਾ, ਕਿਸੇ ਨੂੰ ਰੋਕਿਆ ਨਹੀਂ, ਜ਼ਬਰਦਸਤੀ ਨਹੀਂ ਕੀਤੀ। ਬਈ ਹੁਣ ਇਹ ਮਸਲਾ ਨਾ ਕਿਤੇ ਖੜਾ ਹੋ ਜਾਏ ਵੀ ਪੰਜਾਬ ਦੇ ਅਮਨ ਕਾਨੂੰਨ ਤੇ ਹੀ ਸਵਾਲ ਖੜੇ ਹੋ ਜਾਣ ਜੀ, ਵੀ ਇਹਨਾਂ ਨੂੰ ਇਸ ਤਰੀਕੇ ਨਾਲ ਸਾਰੀ ਚੌਕਸੀ ਰੱਖਣੀ ਪਊਗੀ ਜਿੱਥੇ ਵੀ ਧਰਨਾ ਪ੍ਰਦਰਸ਼ਨ ਕਰਦੇ ਆ, ਬਈ ਇਹੋ ਜਿਹੇ ਕੋਈ ਸ਼ਰਾਰਤੀ ਅਨਸਰ ਤਾਂ ਨਹੀਂ ਜਿਹੜੇ ਤੁਹਾਡੀ ਆੜ ਦੇ ਵਿੱਚ ਇਹੋ ਜਿਹਾ ਕੰਮ ਕਰ ਦੇਣ ਤੇ ਨਾ ਤੁਹਾਡੇ ਲੱਗ ਜਾਣ। ਹਾਲਾਂਕਿ ਬੇਸ਼ੱਕ ਭਾਜਪਾ ਵਾਲੇ ਨੇ ਉਹ ਮੁੱਲ ਤਾਂ ਲੈਣਾ ਨਹੀਂ ਚਾਹੁੰਦੇ, ਕਿਸਾਨ ਤਾਂ ਅੱਗੇ ਉਹਨਾਂ ਦੇ ਖਿਲਾਫ ਆ, ਉਹਨਾਂ ਨੇ ਜਾ ਕੇ ਉੱਥੇ ਬਿਆਨ ਤਾਂ ਦੇ ਦਿੱਤਾ ਬਈ ਨਹੀਂ ਇਹ ਕਿਸਾਨਾਂ ਨੂੰ ਬਦਨਾਮ ਕਰਨ ਲਈ ਆ। ਮੇਰੇ ਪਿੱਛੇ 2 ਗੱਡੀਆਂ ਲੱਗੀਆਂ ਹੋਈਆਂ ਸੀਗੀਆਂ ਜਿਹੜੀਆਂ ਕਿ ਮੈਨੂੰ ਕਿਸੇ ਨੇ ਅੰਦਰ ਬੈਠੇ ਨੇ ਮੇਰੇ ਨਾਲ ਦੇ ਸਾਥੀ ਨੇ ਦੱਸਿਆ ਵੀ ਉਹ ਆਪਣੇ 2 ਗੱਡੀਆਂ ਪਿੱਛਾ ਕਰ ਰਹੀਆਂ, ਤੇ ਮੈਂ ਕਹਿੰਦਾ ਉਹਨੂੰ ਲਾਈਟਲੀ ਲੈ ਲਿਆ ਵੀ ਉਹ ਵੈਸੇ ਚੱਲਦੀਆਂ ਹੋਣਗੀਆਂ, ਰਸਤੇ ਵਿੱਚ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਉਹਨਾਂ ਨੇ ਜਾ ਕੇ ਕਹਿੰਦਾ ਵੀ ਉੱਥੇ ਚਲਾਂਗ ਟੋਲ ਪਲਾਜ਼ੇ ਕੋਲ ਰੋਕ ਲਿਆ ਸਾਨੂੰ। ਉਹਨਾਂ ਦੇ ਵਿੱਚੋਂ ਬੇਸਬਾਲ ਬੈਟ ਉਹਨਾਂ ਦੇ ਸੀਗੇ ਕੋਲ, ਉਹਨਾਂ ਨੇ ਭੰਨਤੋੜ ਕੀਤੀ, ਕੌਣ ਸੀ ਕੌਣ ਨਹੀਂ ਸੀ ਬੰਦੇ ਕੁਝ ਨਹੀਂ ਪਤਾ ਲੱਗਾ ਜੀ। ਪਰ ਇਹ ਜੇ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਚੱਲਣ ਡਿਆ ਤੇ ਇਹਦੇ ਵਿੱਚ ਹੀ ਪ੍ਰਾਪਤੀ ਹੋਣੀ ਚਾਹੀਦੀ ਇਹਨਾਂ ਨੂੰ, ਜੋ ਵੀ ਇਹਨਾਂ ਦਾ ਜਿਹੜਾ ਮੰਗ ਰਿਹਾ। ਪਰ ਜਿੱਥੇ ਇਹ ਅਮਨ ਕਾਨੂੰਨ ਦੀ ਸਥਿਤੀ ਆ ਜਾਣੀ ਉੱਥੇ ਇਹ ਪੰਜਾਬ ਨੂੰ ਵੀ ਨੁਕਸਾਨ ਹੋਊਗਾ, ਤਾਂ ਇਹਨਾਂ ਦੇ ਸੰਘਰਸ਼ ਦੇ ਉੱਤੇ ਵੀ ਅਸਰ ਪੈ ਸਕਦਾ ਆ ਜੇ ਇਸ ਤਰੀਕੇ ਨਾਲ ਕੋਈ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਆ। ਕਿਸਾਨਾਂ ਨੂੰ ਇਹ ਬਿਲਕੁਲ ਚੌਕਸੀ ਰੱਖ ਕੇ ਹਰ ਇੱਕ ਥਾਂ ਤੇ ਜਿੱਥੇ ਵੀ ਤੁਹਾਨੂੰ ਦਿਖਦਾ ਵੀ ਠੀਕ ਆ ਤੁਹਾਡਾ ਜਿਹੜਾ ਰੋਸ ਆ ਘਿਰਾਓ ਕਰਨ ਦਾ ਜਾਂ ਉਹਨਾਂ ਦੇ ਉੱਥੇ ਜਾ ਕੇ ਨਾਅਰੇਬਾਜ਼ੀ ਕਰਨ ਦਾ, ਉਹ ਤਾਂ ਚਲੋ ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਹੁੰਦਾ ਆ, ਪਰ ਇਸ ਤਰੀਕੇ ਨਾਲ ਜੇ ਆਪਾਂ ਅਮਨ ਕਾਨੂੰਨ ਦੀ ਸਥਿਤੀ ਦੇ ਸਵਾਲ ਖੜੇ ਹੁੰਦੇ ਆ ਤੇ ਆਪਣੇ ਉੱਤੇ ਇਹ ਗੱਲ ਨਹੀਂ ਆਉਣ ਦੇਣੀ ਚਾਹੀਦੀ ਕਿਸਾਨਾਂ ਨੂੰ, ਤਾਂ ਹੀ ਇਹਨਾਂ ਦੀ ਪ੍ਰਾਪਤੀ ਆ, ਤਾਂ ਹੀ ਇਹਨਾਂ ਦਾ ਸੰਘਰਸ਼ ਕਿਸੇ ਤਣ ਪਤਨ ਤੇ ਲੱਗਣ ਵਾਲਾ ਜੀ।
ਤੇ ਉਹਨਾਂ ਨੇ ਆਪ ਵੀ ਇਹ ਕਿਹਾ ਕਿ ਇਸ ਅੰਦੋਲਨ, ਇਸ ਜਿਹੜੀ ਘਟਨਾ ਆ ਉਹਦੇ ਵਿੱਚ ਬਿਲਕੁਲ ਕਿਸਾਨਾਂ ਦਾ ਕੋਈ ਉਹਨਾਂ ਹੱਕ ਨੇ ਨਹੀਂ। ਇਹ ਕਿਹਾ ਵੀ ਇਹ ਜਿਹੜਾ ਕਿਸੇ ਸਾਜ਼ਿਸ਼ ਦਾ ਹਿੱਸਾ ਆ ਵੀ ਪੰਜਾਬ ਦੇ ਅਮਨ ਕਾਨੂੰਨ ਨੂੰ ਵਿਗਾੜਨ ਦੀ ਸਾਜ਼ਿਸ਼ ਆ, ਇਹਦੇ ਵਿੱਚ ਕਿਸਾਨ ਜਿਹੜਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਿਹਾ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਆ, ਤਾਂ ਕਿ ਇਹ ਜਿਹੜਾ ਇਹਦਾ ਭਾਂਡਾ ਆ ਉਹ ਕਿਸਾਨਾਂ ਦੇ ਸਿਰ ਤੇ ਭੰਨਿਆ ਜਾਵੇ। ਜੀ, ਤੇ ਇਹਦੇ ਨਾਲ ਹੀ ਫਿਰ ਗੱਲ ਇੱਕ ਵਾਰੀ ਦੁਬਾਰਾ ਉੱਥੇ ਆਉਂਦੀ ਆ ਕਿ ਜਿਹੜੀਆਂ ਸਾਡੀਆਂ ਰਾਜਸੀ ਪਾਰਟੀਆਂ ਨੇ ਜੀ ਉਹ ਇਸ ਸੰਘਰਸ਼ ਨੂੰ ਕਿਵੇਂ ਦੇਖ ਰਹੀਆਂ, ਤੇ ਕੱਲ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਵੀ ਜਾਗੇ ਆ। ਦੇਖੋ ਜੀ, ਹੁਣ ਉਹਨਾਂ ਨੂੰ ਵੀ ਹੋਇਆ ਵੀ ਵਗਦੇ ਪਾਣੀ 'ਚ ਅਸੀਂ ਵੀ ਹੱਥ ਧੋ ਹੀ ਲਈਏ, ਪਰ ਇੰਨੇ ਚਿਰ ਉਹ ਚੁੱਪ ਬੈਠੇ ਸੀਗੇ ਵੀ ਪਤਾ ਨਹੀਂ ਕਿਸ ਗੱਲ ਨੂੰ ਚੁੱਪ ਸੀਗੇ। ਵੀ ਹੁਣ ਜੇ ਉਹਨਾਂ ਨੇ ਮੋਰਚਾ ਖੋਲ੍ਹਿਆ ਤਾਂ ਜਾ ਕੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਸ਼ੁਰੂ ਕਰਤਾ। ਖੈਰ ਉਹ ਗੱਲ ਵੀ ਠੀਕ ਹੈ, ਉੱਥੇ ਦਿੱਲੀ ਦੇ ਵਿੱਚ ਕਰਨਾ ਵੀ ਬਣਦਾ ਆ, ਕਿਉਂਕਿ ਇੱਥੇ ਅਕਾਲੀ ਵੀ ਕਰ ਗਏ, ਕਾਂਗਰਸੀ ਰਾਹੁਲ 3 ਦਿਨ ਫਿਰਦਾ ਰਿਹਾ, ਉਹਨਾਂ 'ਚ ਕੋਈ ਕਿਸਾਨ ਨਹੀਂ ਗਿਆ। ਤੇ ਜਿੱਥੇ ਕਿਸਾਨਾਂ ਲਈ ਤੁਸੀਂ ਲੜਦੇ ਆ, ਕਿਸਾਨਾਂ ਦੇ ਹੱਕਾਂ ਲਈ ਰੈਲੀਆਂ ਕਰਨ ਆਏ ਆ, ਟਰੈਕਟਰ ਮਾਰਚ ਕਰ ਰਹੇ ਆ, ਤੇ ਜੇ ਉਹਦੇ ਵਿੱਚ ਕਿਸਾਨ ਹੀ ਤੁਹਾਡੇ ਸ਼ਾਮਲ ਨਹੀਂ, ਕਿਸਾਨ ਤਾਂ ਆਪਣੇ ਧਰਨਿਆਂ ਤੇ ਮੋਰਚਿਆਂ ਤੇ ਡਟੇ ਹੋਏ ਆ, ਤੇ ਤੁਸੀਂ ਆਪਦੇ ਵਰਕਰ ਲੈ ਕੇ ਕਦੇ ਇੱਕ ਸਟੇਟ ਤੋਂ ਦੂਜੇ ਸਟੇਟ, ਕਦੇ ਇੱਕ ਥਾਂ ਤੋਂ ਦੂਜੇ ਥਾਂ ਤੇ ਟਰੈਕਟਰ ਰੈਲੀਆਂ ਕਰਕੇ ਬੜਾ ਵੱਡਾ ਇਕੱਠ ਹੋ ਕੇ ਦੱਸ ਰਹੇ ਆ। ਬਈ ਉਹ ਕਿਤੇ ਸਮਝ ਨਹੀਂ ਲੱਗੀ ਪਈ, ਜੇ ਕਿਸਾਨਾਂ ਲਈ ਤੁਸੀਂ ਗੱਲ ਕਰ ਰਹੇ, ਕਿਸਾਨਾਂ ਦੇ ਵਿੱਚ ਜਾ ਕੇ ਗੱਲ ਕਰੋ, ਕਿਸਾਨਾਂ ਨੂੰ ਨਾਲ ਲੈ ਕੇ ਤੁਰੋ, ਕਿਸਾਨਾਂ ਦੀ ਅਗਵਾਈ ਕਰੋ ਜੀ। ਤੇ ਇਸ ਦੇ ਵਿੱਚ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਜਿਵੇਂ ਤੁਸੀਂ ਦੱਸਿਆ ਪਿਆ, ਇਸ ਵੇਲੇ ਮਸਲਾ ਸਿਰਫ ਪੰਜਾਬ ਦਾ ਇਕੱਲੇ ਕਿਸਾਨਾਂ ਦਾ ਨਹੀਂ ਹੈਗਾ, ਹਰੇਕ ਵਰਗ ਦਾ ਆ। ਇਹਦੇ ਵਿੱਚ ਪੰਜਾਬ ਦਾ ਵੀ ਨਹੀਂ ਹੈਗਾ, ਸਾਰਾ ਦੇਸ਼ ਇਸ ਵੇਲੇ ਪੰਜਾਬ ਵੱਲ ਦੇਖ ਰਿਹਾ। ਬਿਲਕੁਲ। ਔਰ ਉਹ ਆਪਣੇ ਆਪ ਨੂੰ ਪੰਜਾਬ ਨੂੰ ਅਗਵਾਈ ਕਰਦਾ ਮੰਨ ਰਿਹਾ। ਬਿਲਕੁਲ ਵੀ ਜੇ ਪੰਜਾਬ ਅਗਵਾਈ ਕਰ ਰਿਹਾ ਤੇ ਇਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ, ਕਿ ਹਰੇਕ ਬੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਜ਼ਰੂਰ ਪਾ ਰਿਹਾ ਇਸ ਕਿਸਾਨੀ ਸੰਘਰਸ਼ ਨੂੰ। ਉਹਨਾਂ ਨੂੰ ਪਤਾ ਜੇ ਕਿਸਾਨ ਹੈਗੇ ਤਾਂ ਅਸੀਂ ਹੈਗੇ ਆ, ਸ਼ਾਮ ਨੂੰ ਰੋਟੀ ਤਾਂ ਹੀ ਮਿਲਣੀ ਆ ਜੇ ਕਿਸਾਨ ਆਪਣੇ ਖੇਤਾਂ 'ਚੋਂ ਕੋਈ ਪੈਦਾਵਾਰ ਕਰੂਗਾ ਤਾਂ ਜੀ। ਤੋ ਇਹ ਮਸਲੇ ਨੂੰ ਲੈ ਕੇ ਜਦੋਂ ਹੁਣ ਆਪ ਵਾਲਿਆਂ ਨੂੰ ਯਾਦ ਆ ਗਿਆ ਤਾਂ ਉਹਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ। ਕੇਜਰੀਵਾਲ ਸਾਹਿਬ ਵੀ ਗਏ ਸੀਗੇ, ਉਹਨਾਂ ਨੇ ਵੀ ਕਿਹਾ ਵੀ ਇਹ 3 ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਕੀਤੇ ਜਾਣ ਹਰ ਹਾਲਤ ਵਿੱਚ। ਜ਼ਿਆਦਾਤਰ ਉੱਥੇ ਪੰਜਾਬ ਦੇ ਆਗੂ ਸੀਗੇ, ਜਿੰਨੇ ਆਪ ਦੇ MLA ਸੀ, ਸਾਰੇ ਗਏ ਸੀਗੇ। ਵੀ ਕਹਿਣ ਤੋਂ ਭਾਵ ਹੈ ਵੀ ਹੁਣ ਇਹਨਾਂ ਨੂੰ ਪੰਜਾਬ ਵਿੱਚ ਤਾਂ ਇਹਨਾਂ ਨੇ ਕਿਤੇ ਸਵਾਏ ਬਿਆਨਬਾਜ਼ੀ ਤੋਂ ਕੋਈ ਗਾਹਾਂ ਵਧੇ ਨਹੀਂ ਸੀਗੇ। ਭਈ ਹੁਣ ਇਹਨਾਂ ਨੇ ਪਰਸੋਂ ਚੌਥ ਸੱਦਾ ਦਿੱਤਾ ਸੀਗਾ ਭਗਵੰਤ ਮਾਨ ਉਹਨਾਂ ਨੇ ਵੀ ਦਿੱਲੀ ਚਲੋ ਜੀ। ਵੀ ਠੀਕ ਹੈ, ਉਹਨਾਂ ਨੇ ਦਿੱਲੀ ਚਲੋ ਦਾ ਦਿੱਤਾ, ਪਰ ਉਹਨਾਂ ਦੇ ਆਪ ਦੇ ਹੀ ਕਾਡਰ ਸੀਗੇ, ਆਪ ਦੇ ਵਰਕਰ ਸੀਗੇ। ਚਾਹੀਦਾ ਤਾਂ ਨਾਲ ਇਹ ਵੀ ਸੀ ਵੀ ਜੇ ਕਿਸੇ ਕਿਸਾਨਾਂ ਨੂੰ ਰਲ ਕੇ ਕਿਸਾਨਾਂ ਨੂੰ ਸੱਦਾ ਦਿੰਦੇ ਵੀ ਚਲੋ ਵੀ ਅਸੀਂ ਤੁਹਾਡੀ ਅਗਵਾਈ ਕਰਦੇ ਹਾਂ, ਸਾਡੀ ਸਰਕਾਰ ਦਿੱਲੀ ਦੇ ਵਿੱਚ ਸਾਡੀ ਸਰਕਾਰ ਆ ਜੀ, ਅਸੀਂ ਜਿਵੇਂ ਉਹ ਬੋਲਦੇ ਹੁੰਦੇ ਅਸੀਂ ਮੋਦੀ ਦਾ ਤਖਤ ਹਿਲਾ ਦਿਆਂਗੇ। ਹੁਣ ਤਖਤ ਇੱਥੇ ਬੈਠਾ ਤਾਂ ਹਿੱਲਣ ਨੂੰ ਰਿਹਾ, ਉਹ ਤਾਂ ਬਿਆਨਬਾਜ਼ੀ ਨਾਲ ਹੀ ਹਿਲਾ ਰਹੇ ਆ। ਤੇ ਜੇ ਉੱਥੇ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਕੋਈ ਪ੍ਰਦਰਸ਼ਨ ਕਰਨਗੇ ਜਾਂ ਉਹਨਾਂ ਦੇ ਕੰਨਾਂ ਤੱਕ ਤੁਹਾਡੇ ਪ੍ਰਦਰਸ਼ਨਾਂ ਦੀ ਗੂੰਜ ਜਾਊਗੀ ਤਾਂ ਫਿਰ ਸ਼ਾਇਦ ਉਹ ਕਿਸੇ ਨਾ ਕਿਤੇ ਹਿੱਲਣ ਜੋਗਾ ਬਣੂਗਾ ਜੀ। ਤਾਂ ਸੋ ਇਹ ਸਿਆਸੀ ਪਾਰਟੀਆਂ ਜਿਹੜੀਆਂ ਹੁਣ ਇੱਕ ਤਰਫਾ ਹੋ ਕੇ ਕਿਸਾਨਾਂ ਵੱਲ ਨੂੰ ਕੁੱਦ ਪਈਆਂ ਹਨ, ਤੇ ਇਹਦਾ ਲਾਹਾ ਜ਼ਰੂਰ ਕਿਸਾਨਾਂ ਨੂੰ ਮਿਲਣਾ ਚਾਹੀਦਾ। ਸਿਰਫ ਸਿਆਸਤ ਕਰਕੇ ਹੀ ਪਿੱਛੇ ਨਹੀਂ ਹਟ ਜਾਣਾ ਚਾਹੀਦਾ। ਇਹਨਾਂ ਦਾ ਤਣ ਪੱਤਣ ਕਿਤੇ ਲਾਗ ਕੇ ਕਿਸਾਨਾਂ ਨੂੰ ਜੋ ਹੱਕ ਹੈ ਉਹਨਾਂ ਦਾ ਜਿਹੜਾ ਕਾਨੂੰਨ ਆ ਉਹ ਰੱਦ ਕਰਵਾਉਣ ਤੱਕ ਜਾਣਾ ਚਾਹੀਦਾ। ਫਿਰ ਹੀ ਇਹ ਸਿਆਸੀ ਪਾਰਟੀਆਂ ਦਾ ਆਪਾਂ ਕਹਿ ਸਕਦੇ ਵੀ ਇਹ ਸਹੀ ਤਰੀਕੇ ਨਾਲ ਕਿਸਾਨਾਂ ਦੇ ਹੱਕ 'ਚ ਆਈਆਂ। ਨਹੀਂ ਤਾਂ ਫਿਰ ਆਪਣੀ ਜ਼ਮੀਨ ਤਿਆਰ ਕਰ ਰਹੀਆਂ, ਮੂਹਰੇ ਚੋਣਾਂ ਆ ਰਹੀਆਂ। ਤਾਂ ਭਾਜਪਾ ਨੇ ਵੀ ਜਦੋਂ ਤੁਸੀਂ ਦੱਸਦੇ ਆ ਵੀ ਹਰੇਕ ਥਾਂ ਜਾਂਦੀ ਆ ਇਹ ਕਹਿ ਦਿੰਦੀ ਆ 117 ਸੀਟਾਂ ਚੋਣਾਂ ਲੜੂਗੀ। ਬਿਲਕੁਲ। ਹੁਣ ਚੱਲ ਤਾਂ ਰਿਹਾ ਕਿਸਾਨਾਂ ਦਾ ਅੰਦੋਲਨ, ਤੁਹਾਡਾ ਹਰ ਥਾਂ ਤੇ ਵਿਰੋਧ ਹੋ ਰਿਹਾ, ਜਿੱਥੇ ਵੀ ਤੁਸੀਂ ਜਾਂਦੇ ਆ ਤੁਹਾਡਾ ਘਰਾਓ ਹੁੰਦਾ, ਤੇ ਜੇ ਇਹਦੇ ਵਿੱਚ 117 ਸੀਟਾਂ ਵਾਲਾ ਮਸਲਾ ਕਿੱਥੋਂ ਆ ਜਾਂਦਾ? ਉਹ ਆਪਣੇ ਜਿਹੜੇ ਵਰਕਰ ਆ ਉਹਨਾਂ ਨੂੰ ਤਿਆਰ ਕਰਦੇ ਪਏ ਇਸ ਚੀਜ਼, ਉਹ ਇਹਦੇ ਨਾਲ ਜੋੜ ਕੇ ਕਿਉਂ ਕਰਦੇ ਆ? ਜਦੋਂ ਤੁਸੀਂ ਪਤਾ ਵੀ ਹਾਲੇ ਪਹਿਲਾਂ ਕਿਸਾਨਾਂ ਨੂੰ ਤਾਂ ਸ਼ਾਂਤ ਕਰ ਲਓ, ਤੁਹਾਡਾ ਕਿਸਾਨੀ ਮਸਲਾ ਦਾ ਹੱਲ ਕਰ ਲਓ, ਉਹ ਤਾਂ ਤੁਸੀਂ ਕਿਸੇ ਪਾਸੇ ਲੱਗਣ ਨਹੀਂ ਦੇ ਰਹੇ। ਤੇ ਨਾਲ ਤੁਸੀਂ ਕਹਿੰਦੇ ਨੇ 117 ਸੀਟਾਂ ਦੇ ਲੜੇਗੇ। ਕੀ ਤੁਸੀਂ ਅਕਾਲੀਆਂ ਨੂੰ ਸ਼ੋਅ ਕਰਦੇ ਵੀ ਤੁਸੀਂ ਹਟ ਗਏ? ਚੰਗਾ ਜੀ, ਅਸੀਂ ਤਾਂ ਤਿਆਰ 117 ਸੀਟਾਂ ਲੜਨ ਨੂੰ, ਤੁਹਾਨੂੰ ਤਾਂ ਅਸੀਂ ਪਹਿਲਾਂ ਹੀ ਚਾਹੁੰਦੇ ਸੀ ਨਿਕਲ ਜਾਓ। ਮੈਂ ਇਹਦੇ ਨਾਲ ਇਹ ਵੀ ਜੋੜ ਦਿਆਂ ਵੀ ਭਾਜਪਾ ਹੁਣ NDA, ਭਾਜਪਾ ਦਾ ਜਿਹੜਾ ਮਨ ਆ NDA ਨਾਲੋਂ ਭੰਗ ਹੋ ਚੁੱਕਾ ਜੀ। ਕਿਉਂਕਿ ਹੁਣ ਹੌਲੀ ਹੌਲੀ ਜਿੱਦਾਂ ਪਾਰਟੀਆਂ ਨਿਕਲ ਰਹੀਆਂ ਨਾ, ਉਹਦੇ ਵਿੱਚ ਸਿਰਫ ਤੇ ਸਿਰਫ 4 ਹੀ ਪਾਰਟੀਆਂ ਰਹਿ ਗਈਆਂ ਜਿੱਥੋਂ ਤੱਕ ਮੇਰੀ ਜਾਣਕਾਰੀ ਆ। ਨਹੀਂ ਤਾਂ ਜਿਹੜਾ ਗੱਠਜੋੜ ਸੀ ਉਹ ਕਾਫੀ ਹੱਦ ਤੱਕ ਖਿਲਰ ਗਿਆ। ਸੈਂਟਰ ਦੇ ਵਿੱਚ ਵੀ ਜੇ ਕਿਤੇ ਦੇਖੀਏ ਤਾਂ ਸਿਰਫ ਤੇ ਸਿਰਫ ਭਾਜਪਾ ਦੇ ਹੀ ਮੰਤਰੀ ਰਹਿ ਗਿਆ। ਇੱਕੋ ਹੀ ਆ ਇੱਕ ਜਿਹੜਾ ਰਾਮਦਾਸ ਅਠਾਵਲੇ ਆ ਮਹਾਰਾਸ਼ਟਰ ਦਾ, ਉਹ ਮੰਤਰੀ ਆ ਇਹਨਾਂ ਦੇ ਵਿੱਚ। ਬਾਕੀ ਭਾਈਵਾਲ ਗੱਠਜੋੜ ਦੇ ਵਿੱਚੋਂ ਕੋਈ ਵੀ ਮੰਤਰੀ ਸੈਂਟਰ 'ਚ ਕੇਂਦਰ ਸਰਕਾਰ ਦੇ ਵਿੱਚ ਨਹੀਂ ਰਿਹਾ ਹੁਣ ਜੀ। ਤੁਹਾਡੀ ਗੱਲ ਬਿਲਕੁਲ ਸਹੀ ਆ। ਆਪਾਂ ਇਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਭਾਜਪਾ ਨੂੰ ਹੁਣ ਗਠਬੰਧਨ ਵਾਲੀਆਂ ਪਾਰਟੀਆਂ ਦੀ ਲੋੜ ਨਹੀਂ ਹੈ, ਉਹਨਾਂ ਕੋਲ ਆਪਦੇ ਨੰਬਰ ਕਾਫੀ ਭੰਗ ਹੋ ਗਿਆ, ਲੋੜ ਨਹੀਂ ਰਹਿ ਗਈ। ਉਹ ਕਹਿੰਦੇ ਅਸੀਂ ਆਪਣੇ ਆਪ 'ਚ ਇਕੱਲੇ ਲੜਨ ਨੂੰ ਬਹੁਤ ਸ਼ੇਰ ਆ ਜੀ। ਪਰ ਜਦੋਂ ਆਪਾਂ ਪੰਜਾਬ ਦੇ ਸੰਦਰਭ ਦੀ ਗੱਲ ਕਰਦੇ ਹਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਅਗਲੀਆਂ ਚੋਣਾਂ ਨੂੰ ਲੈ ਕੇ ਕਾਹਲੀਆਂ ਨੇ, ਕਿਸਾਨਾਂ ਨੂੰ ਲੈ ਕੇ ਉਹਨਾਂ ਨੂੰ ਕੋਈ ਇੰਨਾ ਬਹੁਤਾ ਹੇਜ ਨਹੀਂ। ਉਹਨਾਂ ਨੂੰ ਲੱਗਦਾ ਨਾ ਵੀ ਮੁੱਦਾ ਬਹੁਤ ਵਧੀਆ ਸਾਡੇ ਹੱਥ ਆਇਆ ਆ, ਇਹਨੂੰ ਆਪਾਂ ਕਿਉਂ ਅਜਾਈ ਜਾਣ ਦਈਏ। ਇਹ ਮੁੱਦਾ ਹੈ ਵੀ ਵੱਡਾ ਆ ਤੇ ਕਿਸਾਨੀ ਨਾਲ ਜੁੜਿਆ ਔਰ ਪੰਜਾਬ ਦੇ ਕਿਸਾਨ ਆਪਣੇ ਆਪ 'ਚ ਤੁਹਾਨੂੰ ਪਤਾ ਹੈ ਸਿਆਸਤ ਦੇ ਵਿੱਚ ਜੇ ਕੋਈ ਵੋਟ ਪੈਂਦੀ ਆ ਤਾਂ ਕਿਸਾਨਾਂ ਦੀ ਵੋਟ ਪੈਂਦੀ ਆ। ਤੇ ਉਹ ਭਾਜਪਾ ਨੂੰ ਵੀ ਦਿਖਦਾ ਵੀ ਸਾਨੂੰ ਵੋਟਾਂ ਨਹੀਂ ਮਿਲਣੀਆਂ ਜੇ ਅਸੀਂ ਕਿਸਾਨਾਂ ਨੂੰ ਖੁਸ਼ ਨਾ ਕੀਤਾ ਤਾਂ। ਤੇ ਇਸੇ ਕਰਕੇ ਮੈਨੂੰ ਲੱਗਦਾ, ਨਹੀਂ ਤਾਂ ਜੇ ਕੋਈ ਹੋਰ ਦਾ ਮਸਲਾ ਹੁੰਦਾ ਤਾਂ ਭਾਜਪਾ ਪ੍ਰਧਾਨ ਨੇ ਥੋੜ੍ਹੀ ਕਹਿਣਾ ਸੀ ਵੀ ਕਿਸਾਨਾਂ ਨੂੰ ਬਦਨਾਮ ਕਰ ਰਿਹਾ। ਉਹਨਾਂ ਨੇ ਕਹਿਣਾ ਸੀ ਉੱਥੇ ਧਰਨਾ ਦਿੱਤਾ ਸੀ
ਉੱਥੋਂ ਲੰਘ ਰਹੇ ਸੀ, ਕਿਸਾਨਾਂ ਨੇ ਸਾਡੇ ਤੇ ਹਮਲਾ ਕੀਤਾ। ਬਿਲਕੁਲ ਉਹਨਾਂ ਨੇ ਜ਼ੋਰ ਦੇ ਕੇ ਕਹਿਣਾ ਸੀ, ਪਰ ਉਹਨਾਂ ਨੂੰ ਪਤਾ ਵੀ ਪਹਿਲਾਂ ਤਾਂ ਅਸੀਂ ਘਿਰੇ ਹੋਏ ਆ ਇਸ ਮਾਮਲੇ 'ਚ, ਤੇ ਜੇ ਅਸੀਂ ਹੁਣ ਕਿਸਾਨਾਂ ਦਾ ਨਾਂ ਲੈ ਲਈਏ ਤੇ ਸਾਨੂੰ ਤੇ ਬਾਹਰ ਨਿਕਲਣ ਜੋਗਾ ਨਹੀਂ ਛੱਡਣਾ ਇਹਨਾਂ ਨੇ। ਉਹ ਇਸੇ ਕਰਕੇ ਹੀ ਆ ਵੀ ਉਹਨਾਂ ਨੂੰ ਦਿਸਦਾ ਮੋਰੇ ਵੀ 2022 ਦਿਸਦਾ। ਇਹਦੇ ਨਾਲ ਹੀ ਮੈਂ ਇੱਕ ਹੋਰ ਜੋੜ ਦਿਆਂ ਵੀ ਅਕਾਲੀ ਦਲ ਨੇ ਵੀ ਕੱਲ ਜਿਹੜੀ ਕੋਰ ਕਮੇਟੀ ਸਪੈਸ਼ਲ ਮੀਟਿੰਗ ਬੁਲਾਈ ਸੀ, ਵਿਸ਼ੇਸ਼ ਮੀਟਿੰਗ, ਉਹਦੇ 'ਚ ਵੀ ਉਹਨਾਂ ਨੇ ਇਸ ਮੁੱਦੇ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੂੰ ਕਹਿਤਾ, ਜਿੱਦਾਂ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਵੀ 15 ਤੱਕ ਵਿਸ਼ੇਸ਼ ਇਜਲਾਸ ਸੱਦ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ, ਨਹੀਂ ਤਾਂ ਫਿਰ ਅਸੀਂ ਕਾਂਗਰਸੀਆਂ ਦਾ ਵੀ ਹੁਣ ਘਰਾਓ ਕਰਾਂਗੇ, ਬਾਈਕਾਟ ਕਰਾਂਗੇ। ਉਸੇ ਗੱਲ ਨੂੰ ਲੈ ਕੇ ਗੱਲ ਵਿਸ਼ੇਸ਼ ਕੋਰ ਕਮੇਟੀ ਜਿਹੜੀ ਹੋਈ ਆ ਅਕਾਲੀ ਦਲ ਦੀ, ਉਹਨਾਂ ਨੇ ਵੀ ਮੁੱਖ ਮੰਤਰੀ ਨੂੰ 7 ਦਿਨ ਦਾ ਅਲਟੀਮੇਟਮ ਦੇ ਦਿੱਤਾ ਬਈ ਇਹ 7 ਦਿਨਾਂ ਦੇ ਵਿੱਚ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਕੇਂਦਰ ਦੇ ਖੇਤੀ ਕਾਨੂੰਨ ਸਾਰੇ ਰੱਦ ਕਰੋ। ਜਿਹੜੇ ਤੁਸੀਂ 2017 'ਚ APMC ਸੋਧ ਐਕਟ ਬਣਾਏ ਸੀਗੇ ਉਹਨਾਂ ਨੂੰ ਵੀ ਰੱਦ ਕਰੋ, ਤੇ ਪੰਜਾਬ ਨੂੰ ਖੁੱਲੀ ਮੰਡੀ ਐਲਾਨ ਕੇ ਨੋਟੀਫਾਈਡ ਕੀਤਾ ਜਾਵੇ ਇਹਨੂੰ। ਇਹ 3-4 ਮੰਗਾਂ ਉਹਨਾਂ ਨੇ ਅਕਾਲੀ ਦਲ ਨੇ ਰੱਖੀਆਂ ਮੁੱਖ ਮੰਤਰੀ ਅੱਗੇ। ਇੱਕ ਕਿਸਮ ਦਾ ਅਲਟੀਮੇਟਮ ਦਿੱਤਾ, ਚੇਤਾਵਨੀ ਦਿੱਤੀ ਆ ਵੀ ਜੇ ਨਹੀਂ ਕੀਤਾ 7 ਦਿਨਾਂ 'ਚ ਤਾਂ ਅਸੀਂ ਤੁਹਾਡੀ ਰਿਹਾਇਸ਼ ਦਾ ਘਰਾਓ ਕਰਾਂਗੇ। ਤੇ ਕੈਪਟਨ ਸਾਹਿਬ ਨੇ ਕਿਹਾ ਕਿ ਤੁਸੀਂ ਮੈਨੂੰ ਸਲਾਹ ਨਾ ਦਿਓ, ਤੁਸੀਂ ਤੇ ਆਪ ਕਹਿੰਦੇ ਕਿਸਾਨਾਂ ਲਈ ਕੀ ਕਰਨਾ ਮੈਨੂੰ ਚੰਗੀ ਤਰ੍ਹਾਂ ਪਤਾ, ਤੁਸੀਂ ਬਾਹਲੇ ਸਿਆਣੇ ਨਹੀਂ ਹੈਗੇ, ਮੈਂ ਆਪਣੇ ਆਪ ਦੇਖੂੰਗਾ ਕੀ ਕਰਨਾ। ਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬੁਲਾਉਣਾ ਉਹ ਸਾਡਾ ਆਪਣਾ ਅਧਿਕਾਰ ਆ, ਤੁਹਾਡੀ ਸਲਾਹਾਂ ਦੀ ਜਾਂ ਤੁਹਾਡੀ ਚੇਤਾਵਨੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਸ਼ੇਰਗਿੱਲ ਸਾਹਿਬ, ਇਹ ਸਾਰੀਆਂ ਸਿਆਸੀ ਪਾਰਟੀਆਂ ਪਾਣੀ ਦੇ ਵਿੱਚ ਵੱਖਰੀ ਵੱਖਰੀ ਮਧਾਣੀ ਪਾ ਕੇ ਬੈਠੀਆਂ ਜੀ, ਪਰ ਕਿਸਾਨੀ ਸੰਘਰਸ਼ ਜਿਹੜਾ ਆ ਉਹਦੇ ਲਈ ਇਹਨਾਂ ਨੂੰ ਬਹੁਤਾ ਕੁਝ ਹੇਜ ਹੈ ਨਹੀਂ। ਜੀ ਬਿਲਕੁਲ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ, ਵਿਚਾਰ ਚਰਚਾ ਦਾ ਵਿਸ਼ਾ ਜਾਰੀ ਰਹੇਗਾ, ਕੁਝ ਹੋਰ ਗੱਲਾਂ ਕਰਦੇ ਹਾਂ। ਪ੍ਰੋਗਰਾਮ ਵਿਚਾਰ ਚਰਚਾ ਦੇ ਅਗਲੇ ਹਿੱਸੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਅਸੀਂ ਕਾਫੀ ਦੇਰ ਤੋਂ, ਕਈ ਦਿਨਾਂ ਤੋਂ ਇਹ ਗੱਲ ਕਰਦੇ ਹਾਂ, ਤੇ ਹੁਣ ਇਹ ਜਿਹੜਾ ਕਿਸਾਨ ਸੰਘਰਸ਼ ਆ ਇਹਦਾ ਹੀ ਇੱਕ ਹੋਰ ਪਹਿਲੂ ਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 4 ਹਫ਼ਤਿਆਂ ਦੇ ਵਿੱਚ ਇਸ ਸੰਬੰਧ ਵਿੱਚ ਕੁਝ ਜਵਾਬ ਦੇਣ ਲਈ ਕਿਹਾ, ਤੇ ਉਹ ਜਿਹੜੀ ਇਹ ਸੁਪਰੀਮ ਕੋਰਟ ਦੇ ਵਿੱਚ ਗਏ ਕੌਣ ਨੇ, ਤੇ ਇਹ ਕੀ ਘਟਨਾ ਹੈ? ਦੇਖੋ ਜੀ, ਹੁਣ ਇਹ ਖੇਤੀ ਕਾਨੂੰਨ ਦਾ ਜਿਹੜਾ ਸੜਕਾਂ ਤੋਂ, ਰੇਲ ਪਟੜੀਆਂ ਤੋਂ ਹੁੰਦਾ ਹੋਇਆ ਮਾਮਲਾ ਇਹ ਅਦਾਲਤ 'ਚ ਪਹੁੰਚ ਗਿਆ ਜੀ। ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ 2 ਰਾਜ ਸਭਾ ਮੈਂਬਰ ਤੇ ਇੱਕ ਕਿਸਾਨ ਆਗੂ ਆ ਜਿਨ੍ਹਾਂ ਨੇ ਇਹ ਪਟੀਸ਼ਨਾਂ ਪਾਈਆਂ ਜੀ। ਤਿੰਨਾਂ ਦੀ ਸੁਣਵਾਈ ਕਰਦਿਆਂ ਕੱਲ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਤਲਬੀ ਕੀਤੀ ਆ 4 ਹਫ਼ਤਿਆਂ ਦੇ ਵਿੱਚ। ਹਾਲਾਂਕਿ ਉਹਨਾਂ ਨੇ ਤੇ ਇਹਦੇ ਵਿੱਚ ਇਹਨਾਂ ਕਾਨੂੰਨਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਸੀਗੀ, ਪਰ ਫਿਲਹਾਲ ਰੋਕ ਤਾਂ ਨਹੀਂ ਅਦਾਲਤ ਨੇ ਲਾਈ, ਪਰ ਕੇਂਦਰ ਨੂੰ ਤੋਂ ਜਵਾਬ ਜ਼ਰੂਰ ਮੰਗ ਲਿਆ ਤੇ ਉਹ ਹੁਣ ਦੇਖੋ ਕੀ ਜਵਾਬ ਦਾਇਰ ਕਰਦਾ। ਪਰ ਇਹਦੇ ਵਿੱਚ ਜਿਹੜੀ ਗੱਲ ਨਵੀਂ ਇਹ ਸਾਹਮਣੇ ਆਈ ਆ ਵੀ ਉੱਥੇ ਕੇਂਦਰ ਦੇ ਜਿਹੜੇ ਸੋਲੀਸਿਟਰ ਜਨਰਲ ਤੇ ਵਧੀਕ ਸੋਲੀਸਿਟਰ ਜਨਰਲ ਤੇ ਹੋਰ ਜਿਹੜੇ ਅਟਾਰਨੀ ਜਨਰਲ ਇਹ ਇਕੱਠੇ ਹੋ ਕੇ ਚੱਲ ਗਏ ਸੀਗੇ ਇਸ ਮਾਮਲੇ ਦੀ ਪੈਰਵਾਈ ਕਰਨ ਲਈ, ਜਿਹਦੇ ਤੇ ਜੱਜ ਨੇ ਬੜਾ ਟਿੱਪਣੀ ਬੜੀ ਸਖਤ ਕੀਤੀ ਆ ਔਰ ਹੈਰਾਨੀ ਪ੍ਰਗਟਾਈ ਆ ਵੀ ਤੁਸੀਂ ਐਡੀ ਫੌਜ ਲੈ ਕੇ ਇਸ ਕੇਸ ਲਈ ਆ ਗਏ ਆ ਅਦਾਲਤ ਵਿੱਚ, ਇਹਦਾ ਕੀ ਤੁਕ ਬਣਦੀ ਆ ਜੀ। ਉਹਨਾਂ ਨੇ ਕਿਹਾ ਵੀ ਜਿਹਦੇ ਵਿੱਚ ਇਹੋ ਜਿਹੀ ਕਾਰਵਾਈ ਕੋਈ ਨਹੀਂ ਸੀ, ਪਹਿਲੀ ਸੁਣਵਾਈ ਸੀ, ਵੀ ਤੁਸੀਂ ਐਡੀ ਫੌਜ ਆਉਣ ਦੀ ਕੀ ਲੋੜ ਸੀ। ਤਾਂ ਉੱਥੇ ਜਿਹੜੇ ਕੇ ਵੇਨੂਗੋਪਾਲ ਆ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਜਿਹੜੇ ਸਰਕਾਰ ਦਾ ਏਕੀਕ੍ਰਿਤ ਕਰਕੇ ਜਵਾਬ ਦੇਵਾਂਗੇ ਜੀ ਇਹਦੇ ਮਾਮਲੇ 'ਚ। ਕਹਿੰਦੇ ਉਹ ਤਾਂ ਜਦੋਂ ਦਊਂਗੇ, ਪਰ ਫਿਲਹਾਲ ਐਡੀ ਫੌਜ ਦੀ ਲੋੜ ਨਹੀਂ ਸੀ। ਕਹਿਣ ਤੋਂ ਭਾਵ ਹੈ ਵੀ ਇਹਨਾਂ ਨੂੰ ਵੀ ਹੁਣ ਇਹ ਲੱਗ ਗਿਆ ਵੀ ਜੇ ਸੁਪਰੀਮ ਕੋਰਟ ਗਿਆ ਆ ਮਾਮਲਾ ਤਾਂ ਅਸੀਂ ਵੀ ਆਪਣਾ ਬਚਾਅ ਕਰਨਾ, ਅਸੀਂ ਆਪਣਾ ਪੱਖ ਰੱਖ ਕੇ ਇਹਨਾਂ ਬਣਾਏ ਹੋਏ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣਾ। ਪਰ ਉਹਦੇ ਨਾਲ ਕਿਸਾਨਾਂ ਦਾ ਪੱਖ ਵੀ ਸੁਣਿਆ ਜਾਊਗਾ ਕਿਉਂਕਿ ਪਟੀਸ਼ਨਾਂ ਵੀ ਦਾਇਰ ਉਹਦੇ ਵਿੱਚ ਹੈਗੀਆਂ। ਤਾਂ ਉਹਦੇ ਲਈ 4 ਹਫ਼ਤਿਆਂ ਦੇ ਵਿੱਚ ਕੀ ਜਵਾਬ ਦਿੰਦਾ, ਉਹਦੀ ਅਗਲੀ ਸੁਣਵਾਈ ਤੈਅ ਕੀਤੀ ਹੈ ਸੁਪਰੀਮ ਕੋਰਟ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸੁਣਵਾਈ ਤੇ ਪਤਾ ਲੱਗੂਗਾ ਕਿ ਸੁਪਰੀਮ ਕੋਰਟ ਦੇ ਇਹਦੇ ਬਾਰੇ ਕੀ ਰੁਖ ਹੁੰਦਾ ਹੈ ਜੀ। ਸ਼ੇਰਗਿੱਲ ਸਾਹਿਬ, ਕਿਸਾਨੀ ਸੰਘਰਸ਼ ਦੇ ਨਾਲ ਸਮਾਂ ਬਦਲੀ ਜਾਂਦਾ, ਮੌਸਮ ਵੀ ਬਦਲ ਜਾਂਦਾ, ਤੇ ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਆ ਜੀ। ਬਿਲਕੁਲ, ਆਉਣ ਵਾਲੇ ਦਿਨਾਂ 'ਚ ਸਾਡੇ ਭਾਰਤ ਦੇ ਵਿੱਚ ਤਿਉਹਾਰ ਸ਼ੁਰੂ ਹੋ ਜਾਣੇ, ਤੇ ਉਹਦੇ ਸੰਬੰਧ 'ਚ ਅੱਗੇ ਵੀ ਕਈ ਵਾਰ ਹਮੇਸ਼ਾ ਇੱਦਾਂ ਹੁੰਦਾ ਆ ਕਿ ਜਿਹੜੀਆਂ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕੁਝ ਵਾਧੇ ਹੁੰਦੇ ਆ, ਕੁਝ ਉਹਨਾਂ ਨੂੰ ਬੋਨਸ ਵਗੈਰਾ ਮਿਲਦੇ ਆ। ਤੇ ਕੱਲ ਸਾਡੇ ਜਿਹੜੇ ਮਿਨਿਸਟਰ ਨੇ, ਨਿਰਮਲਾ ਸੀਤਾਰਮਨ ਫਾਈਨਾਂਸ ਮਿਨਿਸਟਰ, ਉਹਨਾਂ ਨੇ ਵੀ ਕੁਝ ਘੋਸ਼ਣਾਵਾਂ ਕੀਤੀਆਂ ਜੀ। ਬਿਲਕੁਲ, ਇਹਨਾਂ ਨੇ ਇੱਦਾਂ ਹੈ ਜੀ ਵੀ ਕੇਂਦਰੀ ਮੁਲਾਜ਼ਮਾਂ ਦਾ ਜਿਹੜਾ ਇਸ ਵੇਲੇ ਕਰੋਨਾ ਦੇ ਦੌਰ ਵਿੱਚ ਸੀ, ਉਹ ਜਿਹੜਾ ਲਾਭ ਮਿਲਦਾ ਹੁੰਦਾ ਸੀ ਇਹਨਾਂ ਨੂੰ ਆਪਣੀ ਸਰਕਾਰੀ ਨੌਕਰੀ ਦਾ, ਉਹ ਕਿਸੇ ਹੱਦ ਤੱਕ ਨਹੀਂ ਮਿਲਿਆ। ਜਿਨ੍ਹਾਂ ਨੂੰ ਖੁਸ਼ ਕਰਨ ਲਈ ਕਹਿ ਲਓ ਵੀ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਤਿਉਹਾਰ ਦੇ ਮੌਕੇ ਇੱਕ ਝੜੀ ਲਾਤੀ ਗੱਫਿਆਂ ਦੀ ਜੀ, ਵੀ ਉਹਨਾਂ ਦੇ ਵਿੱਚ ਇੱਕ LTC ਹੁੰਦਾ ਜਿਹੜਾ ਲੀਵ ਟਰੈਵਲ ਕੰਸੈਸ਼ਨ, ਜਿਹਦੇ ਆ ਕਿ ਹਰ ਕੇਂਦਰੀ ਮੁਲਾਜ਼ਮ ਨੂੰ 4 ਸਾਲ ਵਿੱਚ ਆਪਣੇ ਪਸੰਦੀਦਾ ਯਾਤਰਾ ਕਰਨ ਲਈ ਜਾਂ ਆਪਣੇ ਹੋਮ ਟਾਊਨ ਜਿੱਥੋਂ ਦੂਰ ਕਿਤੇ ਰਹਿੰਦਾ ਹੋਵੇ ਬੰਦਾ ਆਪਣੇ ਜਾਣ ਲਈ, ਉਹਦਾ ਜਿਹੜਾ ਖਰਚਾ ਉਹ ਸਰਕਾਰੀ ਤੌਰ ਤੇ ਮਿਲਦਾ ਸੀ ਉਹਨੂੰ ਜੀ। ਪਰ ਉਹ ਕਰੋਨਾ ਕਰਕੇ ਨਹੀਂ ਮਿਲਿਆ ਐਤਕੀ। ਹੁਣ ਹੋਇਆ ਕੀ ਵੀ ਇਹਨਾਂ ਨੇ ਉਸ LTC ਦੇ ਬਦਲੇ ਕੈਸ਼ ਵਾਊਚਰ ਦੇ ਦਿੱਤਾ। ਪਰ ਇਹਦੇ ਵਿੱਚ ਵੀ ਜੇ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਬਜਾਏ ਇਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ
ਅੱਛਾ ਜੀ। ਤੇ ਜੇ ਕਿਸੇ ਨੇ ਇਸ ਵਾਊਚਰ ਨੂੰ ਖਰਚਣਾ ਵੀ ਆ ਨਾ, ਤਾਂ ਜਿੰਨੀ ਉਹਨਾਂ ਨੂੰ LTC ਦੀ ਜਿਹੜੀ ਪੈਸੇ ਮਿਲਦੇ ਸੀ ਉਹ ਤੋਂ 3 ਗੁਣਾ ਖਰਚਣਾ ਪਊਗਾ। ਅੱਛਾ ਜੀ। ਅਗਲੀ ਸ਼ਰਤ ਇਹ ਰੱਖੀ ਵੀ ਜਿੱਥੇ ਤੁਸੀਂ ਖਰਚਣਾ ਆ, ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ, ਉਹ ਇਹ ਜ਼ਰੂਰੀ ਹੋਵੇ ਵੀ ਉੱਥੇ 12% ਜਾਂ ਇਸ ਤੋਂ ਵੱਧ GST ਲੱਗਦਾ ਹੋਵੇ। ਅੱਛਾ ਜੀ। ਤੀਸਰੀ ਸ਼ਰਤ ਇਹ ਹੋਰ ਰੱਖੀ ਇਹ ਵੀ ਲੈਣੀ ਵੀ ਉਹਨਾਂ ਤੋਂ ਆ ਜਿਹੜੇ GST ਵੈਂਡਰ ਹੋਣ, ਜਿਨ੍ਹਾਂ ਦੇ ਕੋਲ GST ਰਜਿਸਟਰਡ ਹੋਵੇ, ਜਿਨ੍ਹਾਂ ਦਾ GST ਨੰਬਰ ਹੋਵੇ। ਅੱਛਾ ਜੀ। ਇਹਨਾਂ ਸ਼ਰਤਾਂ ਤਹਿਤ ਉਹਨਾਂ ਨੂੰ ਦਿੱਤਾ ਆ ਵੀ ਖਰਚਣਾ ਵੀ 31 ਮਾਰਚ ਤੋਂ ਪਹਿਲਾਂ। ਅੱਛਾ ਜੀ। ਉਸ ਤੋਂ ਬਾਅਦ ਇਹ ਆਪਣੇ ਆਪ 'ਚ ਖਤਮ ਹੋ ਜਾਊਗਾ। ਇਹ ਕੁਝ ਦਿੱਤਾ ਹੋਇਆ ਹੈ, ਸ਼ਰਤਾਂ ਹੀ ਦਿੱਤੀਆਂ। ਕਹਿਣ ਦਾ ਭਾਵ ਹੈ ਵੀ ਇਹ ਦਿੱਤਾ ਜਿਹੜਾ ਹੈਗਾ ਉਹ ਤਾਂ ਕਾਗਜ਼ੀ ਕਾਰਵਾਈ ਹੋਊਗੀ, ਪਰ ਇਹਦੇ ਨਾਲ ਸ਼ਰਤਾਂ ਇੰਨੀਆਂ ਕੁ ਰੱਖ ਦਿੱਤੀਆਂ ਵੀ ਹੁਣ ਉਹ ਮੁਲਾਜ਼ਮ ਸੋਚੂਗਾ ਬਈ ਮੇਰੇ ਕੋਲ ਜੇ ਮੈਂ LTC ਜੇ ਕਿਤੇ ਨਹੀਂ ਮੈਂ ਯਾਤਰਾ ਕਰ ਸਕਦਾ, ਬਈ ਮੈਂ ਕਿਸੇ ਹੋਰ ਖਰਚੇ ਲਈ ਖਰਚ ਲਵਾਂ। ਤੇ ਹੁਣ ਜਿੱਥੇ ਉਹ ਖਰਚੂਗਾ ਉਹਦੀ ਇਨਵੋਇਸ ਵੀ ਦੇਣੀ ਪਊਗੀ, ਨਾਲੇ ਵੀ ਖਰਚਾ ਉਹਨਾਂ ਸ਼ਰਤ ਆ ਵੀ ਤੁਸੀਂ ਇਹਦਾ ਬਿੱਲ ਵੀ ਦੇਣਾ ਵੀ ਕਿੱਥੇ ਖਰਚਿਆ, ਕੀ ਲਿਆ ਤੇ ਕੀ ਨਹੀਂ ਲਿਆ। ਇਹਨਾਂ ਸਾਰੀਆਂ ਸ਼ਰਤਾਂ ਦੇ ਨਾਲ ਉਹਨਾਂ ਨੂੰ ਨਾਲ ਇੱਕ ਹੋਰ ਕਰਤਾ ਵੀ ਜਿੱਦਾਂ ਹੁਣ ਤਿਉਹਾਰੀ ਮੌਸਮ ਆਇਆ, ਕਈ ਵਾਰੀ ਤਾਂ ਕੰਪਨੀਆਂ ਬੋਨਸ ਵਗੈਰਾ ਦੇ ਦਿੰਦੀਆਂ, ਪਰ ਹੁਣ ਜਿਸ ਤਰੀਕੇ ਨਾਲ ਕਾਰੋਬਾਰ ਪ੍ਰਭਾਵਿਤ ਹੋਇਆ ਆ, ਕੰਪਨੀਆਂ ਜਿਹੜੇ ਵੱਡੇ ਉਦਯੋਗ ਆ ਉਹ ਲੱਗਦਾ ਨਹੀਂ ਇਸ ਸਥਿਤੀ 'ਚ ਹੋਣਗੇ, ਸ਼ਾਇਦ ਕਈ ਵਾਰੀ ਕੋਈ ਦੇ ਵੀ ਦਿੰਦਾ, ਪਰ ਉਹਨਾਂ ਨੇ ਕੀ ਕੀਤਾ 10,000 ਦਾ ਇੱਕ ਐਡਵਾਂਸ ਲੋਨ ਦੇਣ ਦਾ ਫੈਸਲਾ ਕੀਤਾ। ਹੁਣ ਉਹ ਵੀ ਲੋਨ ਦੇ ਵਿੱਚ ਆ ਗਿਆ। ਦੇਖੋ ਹਰ ਥਾਂ ਤੇ ਲੋਨ ਵਾੜਦੀ ਸਰਕਾਰ, ਹਰ ਥਾਂ ਤੇ। ਜੇ ਰਾਜਾਂ ਦੀ ਗੱਲ ਕਰੀਏ, GST ਨਹੀਂ ਮਿਲਿਆ ਮੁਆਵਜ਼ਾ, ਲੋਨ ਲੈ ਲਓ। ਹੁਣ ਜਿਹੜੀ ਚੀਜ਼ ਉਹਨਾਂ ਲੋਨ ਲੈਣੀ ਉਹ ਤਾਂ ਵਾਪਸ ਕਰਨੀ ਪਊਗੀ, ਜਿਹੜੀ ਉਹਨਾਂ ਦੀ ਆਪਣੀ ਚੀਜ਼ ਆ ਉਹੀ ਲੋਨ ਲੈ ਕੇ ਉਹੀ ਵਾਪਸ ਕਰਾਂਗੇ, ਤੇ ਇਹ ਤਾਂ ਗੱਲ ਸਰਕਾਰ ਵਿੱਚ ਜਾਣ ਕੇ ਥੋਪਣ ਦੀ ਗੱਲ ਆ। ਤੇ ਇਹਨਾਂ ਨੂੰ ਕਿਹਾ ਵੀ 10,000 ਰੁਪਇਆ ਤੁਹਾਨੂੰ ਮਿਲੂਗਾ ਤਿਉਹਾਰਾਂ ਦਾ, ਔਰ ਉਹਨਾਂ ਨੂੰ ਵੀ ਤਿਉਹਾਰਾਂ ਦੇ ਵਿੱਚ ਹੀ ਖਰਚਣਾ ਪਊਗਾ। ਉਸ ਤੋਂ ਬਾਅਦ ਉਹ 10,000 ਖਤਮ ਆ। ਫਿਰ ਉਸ ਤੋਂ ਅਗਲੀ ਗੱਲ, ਉਹ 10,000 ਇਹਨਾਂ ਨੇ 10 ਕਿਸ਼ਤਾਂ 'ਚ ਵਾਪਸ ਲੈਣਾ। ਅੱਛਾ ਜੀ। ਉਹ ਵਾਪਸ ਵੀ ਲੈਣਾ ਆ, ਇਹ ਸਿਰਫ ਖਰਚਣ ਲਈ ਦਿੱਤਾ ਹੈ। ਤਿਉਹਾਰ ਆਪਣਾ 10,000 'ਚ ਮਨਾ ਲਓ, ਤੇ ਉਹ ਤੋਂ ਬਾਅਦ ਇਹ 10 ਕਿਸ਼ਤਾਂ ਮਤਲਬ 1000 ਦੀ ਕਿਸ਼ਤਾਂ ਹੋਣਗੀਆਂ। ਠੀਕ ਹੈ ਵੀ ਉਹਦਾ ਜੋ ਵਿਆਜ ਨਹੀਂ ਉਹਨਾਂ ਨੇ ਲੈਣਾ, ਕੋਈ ਵੀ ਵਿਆਜ ਤੋਂ ਮੁਕਤ ਹੋਊਗਾ ਸਾਰਾ। ਉਹ ਕਹਿਣ ਤੋਂ ਭਾਵ ਹੈ ਜੇ ਮੁਲਾਜ਼ਮਾਂ ਨੂੰ ਖੁਸ਼ ਕਰਨ ਦੇ ਨਾਲ ਆਪ ਦੀਆਂ ਸ਼ਰਤਾਂ ਜ਼ਰੂਰ ਥੋਪ ਦਿੱਤੀਆਂ। ਹੁਣ ਕੇਂਦਰੀ ਮੁਲਾਜ਼ਮ ਤੇ ਸੈਸ਼ੋ ਪੰਚ ਹੋਊਗਾ ਵੀ ਯਾਰ ਮੈਂ ਹੁਣ LTC ਖਰਚਾ ਜਾਂ ਜਿਹੜਾ 10,000 ਮਿਲਿਆ ਜਿਹੜਾ ਉਹ ਖਰਚਾ ਮੈਂ ਕੀ ਇਹਦਾ ਜਵਾਬ ਦਊਂਗਾ ਵੀ ਇਹਦੀ ਜਿਹੜੀ ਫੇਰ ਮੁੜ ਕੇ ਮੇਰੇ ਸਿਰ ਚੜਿਆ ਰਹੂਗਾ। 10,000 ਲਿਆ ਵੀ ਤਾਂ ਵੀ ਉਹਦਾ 10 ਕਿਸ਼ਤਾਂ ਤਾਂ ਮੋੜਨੀਆਂ ਪੈਣਗੀਆਂ 1000 ਰੁਪਈਆ। ਠੀਕ ਹੈ, ਉਹ ਤਨਖਾਹ 'ਚੋਂ ਮੋੜ ਲੂਗਾ। ਇਹਦੇ ਨਾਲ ਉਹਨਾਂ ਨੇ ਕੀ ਕੀਤਾ, ਰਾਜਾਂ ਨੂੰ ਵੀ ਦੇ ਦਿੱਤਾ ਜਿਵੇਂ 12,000 ਕਰੋੜ ਦਾ ਪੈਕੇਜ ਦੇ ਰਹੇ ਆ ਜੀ। 12,000 ਕਰੋੜ ਦਾ 50 ਸਾਲ ਵਾਸਤੇ ਬਿਨਾਂ ਵਿਆਜ ਤੋਂ, ਮਤਲਬ 50 ਸਾਲ ਤੋਂ ਬਾਅਦ ਵਿਆਜ ਸ਼ੁਰੂ ਹੋਊਗਾ, ਉਦੋਂ ਕਿਸ਼ਤਾਂ ਸ਼ੁਰੂ ਹੋਣਗੀਆਂ। ਫਿਲਹਾਲ ਤੁਸੀਂ ਵਰਤ ਸਕਦੇ ਆ। ਵਰਤਣ ਉਹਨਾਂ ਰਾਜਾਂ ਨੂੰ ਕਿਹਾ ਵੀ ਜਿਨ੍ਹਾਂ ਦੇ ਪ੍ਰੋਜੈਕਟ ਕਿਤੇ ਅਧੂਰੇ ਪਏ ਆ, ਜਿਨ੍ਹਾਂ ਨੇ ਕੋਈ ਪ੍ਰੋਜੈਕਟ ਨਵੇਂ ਸ਼ੁਰੂ ਕਰਨੇ ਆ, ਉਹਨਾਂ ਨੂੰ ਇਹ ਪੈਸਾ ਮਿਲੂਗਾ, ਉਹ ਖਰਚ ਸਕਣਗੇ। ਇਸ ਦੇ ਨਾਲ ਜਿਹੜੀ ਤਰਜੀਹ ਦਿੱਤੀ ਜਾਊਗੀ ਉਹ ਭਾਰਤ ਦੇ ਜਿਹੜੇ ਆਤਮ ਨਿਰਭਰ ਵਾਲੇ ਜਿਹੜੇ ਨਾਅਰਾ ਦਿੱਤਾ ਨਾ, ਉਹਨੂੰ ਜਿਹੜੀਆਂ ਪੂਰੀਆਂ ਕਰਦੇ ਹੋਣਗੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਊਗੀ, ਜਿਹਦੇ ਵਿੱਚ ਉੱਤਰਾਖੰਡ ਤੇ ਹਿਮਾਚਲ ਨੂੰ ਘੱਟੋ ਘੱਟ 800-900 ਕਰੋੜ ਆ, ਤੇ ਪੂਰਬੀ ਰਾਜਾਂ ਨੂੰ 1600 ਕਰੋੜ ਆ। ਬਾਕੀ ਜਿਹੜਾ ਆ 7,500 ਕਰੋੜ ਰੁਪਇਆ ਬਾਕੀ ਸੂਬਿਆਂ ਨੂੰ ਦਿੱਤਾ ਆ। ਇਸ ਤਰੀਕੇ ਨਾਲ ਕੱਲ ਇਹਨਾਂ ਨੇ ਅਸਲ ਮੰਤਵ ਤਾਂ ਇਹਨਾਂ ਦਾ ਇਹ ਆ ਕਿ ਜਿਹੜੀ ਇਕਨੋਮੀ ਆ, ਜਿਹੜਾ ਅਰਥਚਾਰਾ ਆ, ਉਹ ਕਾਫੀ ਡਾਊਨ ਜਾ ਰਿਹਾ। GDP ਬਹੁਤ ਡਾਊਨ ਜਾ ਰਹੀ ਆ। ਵਿਸ਼ਵ ਬੈਂਕ ਦਾ ਜਿਹੜਾ ਅਨੁਮਾਨ ਆ ਉਹ ਵੀ ਇਹਨਾਂ ਦਾ ਬਹੁਤ ਚਿੰਤਾਜਨਕ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਰਤ ਦੀ GDP ਆ, ਕੁੱਲ ਘਰੇਲੂ ਉਤਪਾਦ ਜਿਹੜਾ ਉਹ ਬਹੁਤ ਥੱਲੇ ਜਾ ਰਿਹਾ। ਉਹਨੂੰ ਇਹ ਹੁਲਾਰਾ ਦੇਣ ਲਈ, ਉਹਦੇ ਨੂੰ ਪ੍ਰਬੰਧ ਕਰਨ ਲਈ ਵੀ ਕਿਸੇ ਤਰ੍ਹਾਂ ਇਹਨੂੰ ਕਾਬੂ 'ਚ ਕੀਤਾ ਜਾਵੇ। ਉਹਨਾਂ ਨੇ ਕਿਹਾ ਵੀ ਚੱਲ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਪੈਸੇ ਦਿੰਦੇ ਆ, ਇਹ ਖਰਚਾ ਕਰਨਗੇ, ਪੈਸਾ ਬਾਜ਼ਾਰ 'ਚ ਆਊਗਾ, ਉਹਦੇ ਨਾਲ ਅਰਥਚਾਰਾ ਥੋੜ੍ਹਾ ਜਿਹਾ ਵਧੂਗਾ ਜੀ। ਮਤਲਬ ਉਹਨਾਂ ਦਾ ਜਿਹੜਾ ਸਰਕਾਰ ਦਾ ਮਨਸ਼ਾ ਇਹ ਆ, ਉਹਨੂੰ ਇਸ ਤਰੀਕੇ ਨਾਲ ਲੈ ਕੇ ਇਹਨਾਂ ਨੇ ਮੁਲਾਜ਼ਮਾਂ ਨੂੰ ਇੱਕ ਗੱਫੇ ਸ਼ੁਰੂ ਕੀਤੇ ਆ ਇਸ ਤਰੀਕੇ ਨਾਲ ਦੇਣੇ ਵੀ ਚਲੋ ਇਹਦੇ ਨਾਲ ਕਿਉਂਕਿ ਜਿਹੜੇ ਪੈਸੇ ਦਿੱਤੇ ਆ ਉਹਨਾਂ ਨੂੰ ਟਾਈਮ ਬਾਉਂਡ ਕਰਤਾ ਵੀ ਕਿਸੇ ਨੇ ਤਾਂ 31 ਮਾਰਚ ਤੋਂ ਪਹਿਲਾਂ ਖਰਚਣੇ ਆ। ਇੱਕ ਚੀਜ਼ ਆ ਜਿਹੜੀ ਉਹ ਤਿਉਹਾਰਾਂ 'ਚ ਹੀ ਖਰਚਣੀ, ਉਹ ਤੋਂ ਬਾਅਦ ਖਰਚਣੀ ਨਹੀਂ। ਹੁਣ ਮੁਲਾਜ਼ਮ ਇਹਨਾਂ ਦਾ ਹੈਗਾ ਕਰੋੜ ਤੋਂ ਉੱਤੇ ਹੋਊਗਾ ਜੀ ਘੱਟੋ ਘੱਟ, ਜਿਹੜਾ ਕੇਂਦਰੀ ਮੁਲਾਜ਼ਮ ਆ। ਅਤੇ ਉਹਨਾਂ ਦੇ ਵਿੱਚ ਆਪਾਂ ਰਫਲੀ ਜੇ ਲਾ ਲਈਏ ਅੰਦਾਜ਼ਾ ਤਾਂ 10,000 ਦੇ ਨਾਲ ਕਰੋੜ ਜੁੜ ਗਿਆ, ਤੇ ਉਹ ਸਾਰਾ ਖਰਚਾ ਜੇ ਮਾਰਕੀਟ ਵਿੱਚ ਸਾਰੇ ਪੈਸੇ ਉਹ ਆ ਜਾਣ ਤਾਂ ਉਹਦੇ ਨਾਲ ਕੁਛ ਨਾ ਕੁਛ ਤਾਂ ਹੁਲਾਰਾ ਮਿਲੂਗਾ। ਇਹ ਸਰਕਾਰ ਦਾ ਮਨਸ਼ਾ ਆ, ਉਹਨਾਂ ਨੂੰ ਇਸ ਤਰੀਕੇ ਨੂੰ ਲੈ ਕੇ ਇਹ ਜਿਹੜੇ ਐਲਾਨ ਕੀਤੇ ਆ ਜੀ। ਬਾਜ਼ਾਰ ਦੇ ਵਿੱਚ ਜਿਹੜਾ ਕੈਸ਼ ਦਾ ਪ੍ਰਚਲਨ ਥੋੜਾ ਜਿਹਾ ਵਧਾਇਆ ਜਾਵੇ। ਬਿਲਕੁਲ ਜੀ, ਇਸੇ ਕਰਕੇ ਆ ਵੀ ਜਿਹੜਾ ਡੁੱਬ ਰਿਹਾ ਬਾਜ਼ਾਰ, ਉਹਦੇ 'ਚ ਪੈਸਾ ਆਊਗਾ ਤੇ ਉਹਦੇ ਵਿੱਚ ਹੋਰ ਇੱਕ ਕਿਸਮ ਦੀ ਇਨਵੈਸਟਮੈਂਟ ਹੋਊਗੀ। ਜਿਹੜਾ ਬੰਦਾ ਕੋਈ ਖਰੀਦੂਗਾ ਉਹਦੇ ਨਾਲ 12% ਦੀ ਜਿਹੜੀ GST ਰੱਖ ਦਿੱਤੀ ਆ, ਘੱਟੋ ਘੱਟ 12 ਤੋਂ ਵੱਧ ਹੋਵੇ, 12 ਤੋਂ ਘੱਟ ਨਾ ਹੋਵੇ, ਉਹ 12% GST ਸਰਕਾਰ ਨੂੰ ਜਾਊਗੀ। ਲੋਕਾਂ ਦੇ ਵਿੱਚ ਪੈਸਿਆਂ ਦਾ ਚਲਨ ਚੱਲੂਗਾ ਤੇ ਲੋਕਾਂ ਦਾ ਕਾਰੋਬਾਰ ਵੀ ਵਧੂਗਾ, ਜਿਹਦੇ ਨਾਲ ਇਹਨਾਂ ਦੀ ਖਰੀਦ
ਖਰੀਦਦਾਰੀ ਹੋਊਗੀ ਤਾਂ ਲੋਕਾਂ ਦਾ ਕਾਰੋਬਾਰ ਵੀ ਵਧੂਗਾ, ਜਿਹੜੇ ਕੰਮ ਕਰਦੇ ਪਏ, ਜਿਹਨਾਂ ਦਾ ਕੋਈ ਕਾਰੋਬਾਰ ਬੰਦ ਪਿਆ ਸੀਗਾ ਜੀ। ਜਦੋਂ ਤੁਸੀਂ 12,000 ਕਰੋੜ ਦੀ ਗੱਲ ਕੀਤੀ, ਮੈਨੂੰ ਲੱਗਾ ਸੀ ਕੱਲੇ ਸੂਬੇ ਨੂੰ 12,000 ਕਰੋੜ ਦੇਣਾ, ਪਰ ਉਹ ਤਾਂ ਤੁਸੀਂ ਕੁੱਲ ਹੀ ਸੀਗਾ। ਤੇ ਹੁਣ ਤੁਸੀਂ ਗੱਲ ਕਰਦੇ ਸੀ GST ਦੀ। ਇਹਦੇ ਵਿੱਚ ਮੈਂ ਇੱਕ ਹੋਰ ਦੱਸ ਦਵਾਂ ਨਾ, ਹੁਣ 12,000 ਕੱਲੇ ਸੂਬੇ, 12,000 ਕਰੋੜ ਕੱਲੇ ਸੂਬੇ ਨੂੰ ਦੇ ਕੇ ਕਿੱਦਾਂ ਚੱਲੂਗਾ? ਆਪਾਂ 8,000 ਕਰੋੜ ਦਾ ਜਹਾਜ਼ ਵੀ ਲੈਂਦਾ ਆ। ਅੱਛਾ ਜੀ। ਉਹਦੀ ਵੀ ਤਾਂ ਪੂਰਤੀ ਕਰਨੀ ਨਾ ਕਿਸੇ ਪਾਸੇ। ਹੁਣ 8,000 ਕਰੋੜ ਦਾ 8500 ਕਰੋੜ ਬਣਦਾ, ਉਹਦਾ 2 ਜਹਾਜ਼ ਮੰਗਾਏ ਆ ਜਿਹੜੇ ਕਿ ਟੌਪ ਲੈਵਲ ਤੇ, ਮੈਨੂੰ ਲੱਗਦਾ ਕਿਤੇ ਟਰੰਪ ਨੇ ਸਲਾਹ ਦੇ ਦਿੱਤੀ ਹੋਣੀ ਆ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਆ ਇਸ ਤਰ੍ਹਾਂ ਦਾ ਜਹਾਜ਼ ਬਣਾ, ਵੀ ਉਹ ਵੀ ਤਾਂ ਪੂਰਾ ਕਰਨਾ ਆਪਾਂ। ਘੁੰਮਣਾ ਫਿਰਨਾ ਵੀ ਹੁੰਦਾ, ਤੁਸੀਂ ਐ ਨਾ ਕਰੋ। ਬਿਲਕੁਲ। ਅੱਛਾ ਜੀ, ਗੱਲ ਆਪਾਂ GST ਦੀ ਕਰ ਰਹੇ ਸੀ, ਤੇ GST ਦੀ ਕਾਉਂਸਲ ਦੀ ਵੀ ਮੀਟਿੰਗ ਸੀ ਕੱਲ, ਉਹਦੇ ਚ ਕੀ ਬਣਿਆ? ਬਿਲਕੁਲ ਜੀ, ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਦੀ 42ਵੀਂ ਮੀਟਿੰਗ ਹੋਈ ਸੀ, ਉਸ ਤਰ੍ਹਾਂ 43ਵੀਂ ਮੀਟਿੰਗ ਵੀ ਬੇਸਿੱਟਾ ਰਹੀ ਆ। ਇਹ ਸਰਕਾਰ ਸੂਬਿਆਂ ਨੂੰ GST ਦਾ ਮੁਆਵਜ਼ਾ ਦੇਣ ਲਈ ਤਿਆਰ ਨਹੀਂ ਫਿਲਹਾਲ, ਤੇ ਇਸ ਤਰੀਕੇ ਨਾਲ ਜਿਹੜੇ ਉਹ ਸਬਜ਼ ਬਾਗ ਦਿਖਾ ਰਹੀ ਆ, ਉਹ ਵੱਖਰੀ ਗੱਲ ਆ। ਪਰ ਸਰਾਜ ਜਿਹੜੇ ਆ ਉਹ ਇਸ ਗੱਲ ਨੂੰ ਅੜੇ ਆ ਵੀ ਸਾਡਾ ਤਾਂ ਕੰਮ ਹੀ ਨਹੀਂ ਚੱਲਦਾ ਪਿਆ। ਹਾਲਾਂਕਿ ਜਿਹੜਾ ਉਹਨਾਂ ਨੇ 20,000 ਕਰੋੜ ਜਿਹੜਾ ਪਿਛਲੇ ਹਫ਼ਤੇ ਐਲਾਨਿਆ ਸੀਗਾ ਵੀ ਅਸੀਂ ਫੌਰੀ ਤੌਰ ਤੇ ਜਾਰੀ ਕਰ ਰਹੇ ਹਾਂ, ਉਹਦੇ ਵਿੱਚੋਂ 1,000 ਕਰੋੜ ਜਿਹੜਾ ਪੰਜਾਬ ਨੂੰ ਆ ਗਿਆ ਆ। ਪੰਜਾਬ ਨੂੰ ਬਣਦਾ ਤਾਂ ਉਹਦਾ ਸੀਗਾ 2200-2300 ਕਰੋੜ ਜਿਹੜਾ, ਪਰ ਹਾਲ ਦੀ ਘੜੀ ਉਹਨਾਂ ਨੂੰ 1000 ਕਰੋੜ ਮਿਲ ਗਿਆ, 1300 ਕਰੋੜ ਫਿਰ ਫਸ ਗਿਆ ਆ। ਕੱਲ੍ਹ ਦੀ ਮੀਟਿੰਗ ਦੇ ਵਿੱਚ ਵੀ ਆਪਣੇ ਫਾਈਨਾਂਸ ਮਿਨਿਸਟਰ ਪੰਜਾਬ ਦੇ, ਉਹ ਵੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਇਸ ਗੱਲ ਤੇ ਅੜੇ ਸੀ ਵੀ ਅਸੀਂ ਤਾਂ ਭਾਈ ਮੁਆਵਜ਼ਾ ਪੂਰਾ ਲੈਣਾ ਆ, ਪਰ ਜਿਹੜੀਆਂ ਉਹਨਾਂ ਦੇ 2 ਆਪਸ਼ਨਾਂ ਦਿੱਤੀਆਂ ਆ ਵੀ ਜਾਂ ਤਾਂ ਕਰਜ਼ਾ ਲੈ ਲਓ ਜਾਂ ਵਿੱਚ ਐਡਜਸਟਮੈਂਟ ਕਰ ਲਓ, ਉਹ ਦੋਨਾਂ ਦੇ ਵਿੱਚ ਪਹਿਲਾਂ ਤਾਂ ਉਹਨਾਂ ਦੇ ਆਪਣੇ ਸੂਬੇ ਸਾਰੇ ਤਿਆਰ ਸੀਗੇ। ਹੁਣ ਉਹਨਾਂ ਦੀ ਆਪਣੀ ਕਹਿਣੀ ਆ ਵੀ ਕੱਲ ਸੀਤਾਰਮਨ ਨੇ ਕਿਹਾ ਵੀ 12 ਸੂਬੇ ਤਿਆਰ ਆ ਸਾਡੀ ਆਪਸ਼ਨਾਂ ਮੰਨਣ ਨੂੰ। ਅੱਛਾ, ਜੇ ਹੁਣ 12 ਸੂਬੇ ਜਿਹੜੀ ਬਹੁ ਗਿਣਤੀ ਸੂਬੇ ਤੁਹਾਡੇ ਖਿਲਾਫ ਆ, ਇਸ ਗੱਲ ਮੰਨਣ ਨੂੰ ਤਿਆਰ ਨਹੀਂ, ਤਾਂ ਤੁਸੀਂ ਉਹਦਾ ਹੱਲ ਕਿਉਂ ਨਹੀਂ ਕੱਢਦੇ? ਤੁਸੀਂ ਪੈਸਾ ਕਿਉਂ ਨਹੀਂ ਦਿੰਦੇ? ਉਹਨਾਂ ਦਾ ਬਣਦਾ ਆ ਉਹ ਹੱਕ। ਇਹ ਪਹਿਲਾਂ ਇੱਕ ਦਿਨ ਕਹਿੰਦੇ ਸੀ 21 ਤਿਆਰ ਆ, ਇਹ ਮੈਂ ਉਹੀ ਕਹਿਣਾ, ਦੋਨੋਂ ਚੀਜ਼ਾਂ। ਪਹਿਲਾਂ ਉਹਨਾਂ ਨੇ 21 ਸੂਬੇ ਕਿਹਾ ਸੀ, ਜਿੱਥੇ ਜਿੱਥੇ ਭਾਜਪਾ ਦੇ ਸ਼ਾਸਤ ਵਾਲੇ ਰਾਜ ਆ ਉਹ ਤਿਆਰ ਆ, ਬਾਕੀ ਜਿਹੜੇ 9, 7, 10 ਸੂਬੇ ਰਹਿ ਗਏ ਆ ਉਹ ਵਿਰੋਧ ਕਰ ਰਹੇ, ਕਿਉਂਕਿ ਉਹ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਉੱਥੇ। ਹੁਣ ਉਹਨਾਂ ਦਾ ਇੱਕ ਕੱਲ੍ਹ ਜਿਹੜਾ ਅਨੁਮਾਨ ਸੀਗਾ ਵੀ 12 ਸੂਬੇ ਜਿਹੜੇ ਸਾਡੀਆਂ ਆਪਸ਼ਨਾਂ ਦਿੱਤੀਆਂ ਉਹਨੂੰ ਮੰਨਣ ਲਈ, ਉਹਨਾਂ ਨੂੰ ਅਪਣਾਉਣ ਲਈ ਤਿਆਰ ਆ। ਹੁਣ ਇਹ ਮੀਟਿੰਗਾਂ ਤਾਂ ਚੱਲਦੀਆਂ ਰਹਿਣਗੀਆਂ, 42ਵੀਂ ਹੋ ਗਈ, 43ਵੀਂ ਹੋ ਗਈ। ਜਦ ਰਹਿਣਾ ਬੇਸਿੱਟਾ ਤਾਂ ਮੀਟਿੰਗਾਂ ਦਾ ਦੌਰ ਵੀ ਚਲਾਉਣ ਦਾ ਕੋਈ ਫਾਇਦਾ ਨਹੀਂ, ਪਰ ਉਹਨਾਂ ਨੂੰ ਜਿੰਨਾ ਚਿਰ ਰਾਜਾਂ ਨੂੰ GST ਦਾ ਬਣਦਾ ਹਿੱਸਾ ਨਹੀਂ ਮਿਲੂਗਾ ਤਾਂ ਉਹ ਆਪਣੇ ਸੂਬਿਆਂ ਦੇ ਵਿੱਚ ਆਪਣੇ ਅਰਥਚਾਰੇ ਨੂੰ ਕਿਵੇਂ ਉਹ ਹੁਲਾਰਾ ਦੇਣਗੇ ਜੀ? ਕਿਉਂਕਿ ਟੈਕਸ ਤਾਂ ਸਾਰਾ ਸੈਂਟਰ 'ਚ ਜਾਂਦਾ, ਜਿਹੜਾ ਇਹਨਾਂ ਦਾ ਟੈਕਸ ਸੀਗਾ ਵੈਟ ਵਗੈਰਾ ਸੀਗੀ ਜਿਹੜੀ ਉਹ ਸੈਂਟਰ ਤੋਂ ਉਹ ਆਪਣੇ ਤੌਰ 'ਤੇ ਲੈ ਲਿਆ, ਉਹਨਾਂ ਨੇ ਗਾਹਾਂ ਵੰਡਣਾ। ਤੇ ਜੇ ਹੁਣ ਸਟੇਟਾਂ ਨੂੰ ਆਪਣੇ ਹਿੱਸੇ ਦਾ ਨਹੀਂ ਮਿਲੂਗਾ ਤਾਂ ਉਹ ਆਪਣੀ ਇਕਨੋਮੀ ਨੂੰ ਕਿੱਦਾਂ ਚਲਾਉਣਗੇ ਜੀ? ਤਨਖਾਹਾਂ ਰੁਕੀਆਂ ਪਈਆਂ, ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ, ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਹੁੰਦੇ ਜਿਹੜੇ ਸਰਕਾਰਾਂ ਨੇ ਚਲਾਉਣੇ ਹੁੰਦੇ ਆ। ਉਹਨਾਂ ਨੂੰ ਮਿਥਿਆ ਹੁੰਦਾ ਵੀ ਇੰਨਾ ਟੈਕਸ ਆ ਜਾਣਾ ਇਸ ਮਹੀਨੇ 'ਚ, ਇੰਨਾ ਟੈਕਸ ਇਸ ਮਹੀਨੇ 'ਚ ਆ ਜਾਣਾ, ਉਹਦਾ ਇੱਥੇ ਵਰਤਾਂਗੇ, ਇੱਥੇ ਵਰਤਾਂਗੇ। ਹੁਣ ਮੇਰੇ ਖਿਆਲ ਆ ਵੀ ਆਹ ਮਹੀਨੇ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਅਜੇ ਤੱਕ ਨਹੀਂ ਪਹੁੰਚੀਆਂ ਪੰਜਾਬ ਦੇ ਵਿੱਚ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ GST ਜਿਹੜਾ ਆ ਉਹਨੇ ਸਿਸਟਮ ਨੂੰ ਚੇਂਜ ਕਰ ਦੇਣਾ ਸੀ। ਇਹ ਕਹਿੰਦੇ ਸੀ ਕਿ ਇਹਦੇ 'ਚ ਬਹੁਤ ਸਾਰੇ ਚੀਜ਼ਾਂ ਸੋਲਵ ਹੋ ਜਾਣੀਆਂ, ਪਰ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਵੀ ਜਿਹੜੇ ਤੁਸੀਂ ਜਿਹੜੀ ਆਪਾਂ ਗੱਲ ਕਰਦੇ ਸੀ, ਬਾਅਦ ਵਿੱਚ ਉਹ ਆਪਾਂ ਹੱਸੇ ਵੀ ਉਸ ਗੱਲ ਤੇ ਕਿ ਇਹਨਾਂ ਨੇ ਸੰਘੀ ਢਾਂਚੇ ਦੀ ਸੰਘੀ ਘੁੱਟ ਦਿੱਤੀ। ਬਿਲਕੁਲ। ਪਹਿਲਾਂ ਤੇ ਸਟੇਟਸ ਕੁਝ ਰੈਵਨਿਊ ਆਪ ਜਨਰੇਟ ਕਰਦੀਆਂ ਸੀ ਤੇ ਕੁਝ ਉਧਰੋਂ ਆਉਂਦਾ ਸੀ, ਹੁਣ ਸਾਰਾ ਹੀ ਉਹ ਲੈ ਜਾਂਦੇ ਆ ਤੇ ਬਾਅਦ ਚ ਦਿੰਦੇ ਵੀ ਨਹੀਂ। ਹਾਂ, ਬਾਅਦ ਚ ਦੇਣਾ ਹੁੰਦਾ ਉਹਨਾਂ ਨੇ, ਦਿੰਦੇ ਵੀ ਨਹੀਂ ਨਾ ਜੀ। ਆਪਾਂ ਜਦੋਂ ਵੀ ਕੋਈ ਚੀਜ਼ ਲੈਂਦੇ ਆ ਤਾਂ ਉਹਤੇ ਲਿਖਿਆ ਹੁੰਦਾ ਤੇ ਇੰਨਾ % ਜਿਹੜਾ ਸੈਂਟਰ ਦਾ ਆ, ਇੰਨੇ % ਸਟੇਟ ਦਾ ਆ। ਤੇ ਜਦੋਂ ਸਟੇਟ ਵਾਲਾ ਹਿੱਸਾ ਨਹੀਂ ਮਿਲੂਗਾ ਤਾਂ ਫਿਰ ਉਹ ਤਾਂ ਸੈਂਟਰ ਕੋਲ ਹੀ ਜਾਣਾ, ਉਹ ਜਿੱਦਾਂ ਮਰਜ਼ੀ ਹੁਣ ਕਰੇ। ਲਾਕਡਾਊਨ ਦਾ ਵੀ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਸੀਗਾ ਤੇ ਉਤੋਂ ਉਹਨਾਂ ਦਾ ਹਿੱਸਾ ਨਹੀਂ ਮਿਲਣਾ, ਤਾਂ ਆਪੇ ਇਕਨੋਮੀ ਥੱਲੇ ਜਾਣੀ ਆ। ਜਦੋਂ ਵੀ ਅਸੀਂ ਭਾਰਤ ਦੀ ਰਾਜਨੀਤੀ ਦੀ ਜਾਂ ਭਾਰਤ ਦੀ ਗੱਲ ਕਰਦੇ ਹਾਂ, ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਤੇ ਅਸੀਂ ਇਸ ਗੱਲ ਦੇ ਉੱਤੇ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਦੋਨਾਂ ਦੇ ਕੋਲ ਹੀ ਬਰਾਬਰ ਪਾਵਰ ਜਿਹੜੀਆਂ ਰਹਿਣੀਆਂ ਚਾਹੀਦੀਆਂ। ਪਰ ਇਹ ਜਿਹੜੀ ਸਾਡੀ ਮੌਜੂਦਾ ਸਰਕਾਰ ਆ, ਇਹ ਸੰਘੀ ਢਾਂਚੇ ਦੀ ਜਿਹੜੀ ਸੰਘੀ ਆ ਉਹ ਲਗਾਤਾਰ ਘੁੱਟ ਰਹੀ ਆ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ। ਵਿਚਾਰ ਚਰਚਾ ਅਸੀਂ ਕਰਦੇ ਸੀ, ਕਾਫੀ ਗੱਲਾਂ ਅਸੀਂ ਕੀਤੀਆਂ, ਤੇ ਮੈਨੂੰ ਲੱਗਦਾ ਕਿ ਸਾਰਾ ਮੁਲਕ ਹੀ ਸੰਘਰਸ਼ ਦੇ ਰਾਹ ਪਿਆ ਹੋਇਆ। ਬਿਲਕੁਲ ਜੀ, ਬਿਲਕੁਲ। ਇੱਕ ਨਵੀਂ ਤਰ੍ਹਾਂ ਦੀ ਖਬਰ ਸਾਡੇ ਸਾਹਮਣੇ ਆਈ ਆ। ਅਸੀਂ ਬਾਲੀਵੁੱਡ ਦੇ ਵਿੱਚ ਜਾਂ ਜਿਹੜਾ ਸਾਡਾ ਸਿਨੇ ਸੰਸਾਰ ਆ, ਫਿਲਮਾਂ ਜਿੱਥੇ ਬਣਦੀਆਂ, ਬਹੁਤ ਸਾਰਾ ਕੁਝ ਹੁੰਦਾ, ਤੇ ਸਾਡਾ ਸਾਰਾ ਹੀ ਮੁਲਕ ਬਹੁਤਾਤ ਦੇ ਵਿੱਚ ਉਹਨਾਂ ਨੂੰ ਫੋਲੋ ਵੀ ਕਰਦਾ ਜੀ। ਬਿਲਕੁਲ। ਕਾਫੀ ਦਿਨਾਂ ਤੋਂ ਉੱਥੇ ਇੱਕ ਵੱਡੀ ਘਟਨਾ ਹੋਈ ਸੀ, ਇੱਕ ਉੱਭਰਦਾ ਹੋਇਆ ਐਕਟਰ ਸੀ, ਉਹਦੀ ਮੌਤ ਹੋਈ, ਸੁਸਾਈਡ ਸੀ ਜਾਂ ਕੀ ਸੀ, ਉਹ ਤਾਂ ਹਲੇ ਅਦਾਲਤਾਂ ਦੱਸਣਗੀਆਂ, ਬਹੁਤ ਲੰਬਾ ਟਾਈਮ ਲੱਗਿਆ। ਉਸ ਤੋਂ ਬਾਅਦ ਉਸ ਕੇਸ ਨੂੰ ਜਦੋਂ ਹੱਲ ਕਰਨ ਲਈ ਆਏ ਤੇ ਉਹਦੇ ਵਿੱਚ ਡਰੱਗ ਨੂੰ ਬੜਾ ਘਸੀਟਿਆ ਗਿਆ। ਬਿਲਕੁਲ ਜੀ। ਉਸ ਤੋਂ ਬਾਅਦ ਕੁਝ ਚੈਨਲ ਆ ਗਏ ਸੀ ਜਿਨ੍ਹਾਂ ਤੇ TRP ਦੇ ਆਰੋਪ ਲੱਗੇ। ਇਹ 2-3 ਮਹੀਨੇ ਪੁਰਾਣੀ ਘਟਨਾ ਆ, ਚੱਲੀ ਜਾਂਦੀ ਹੈ। ਉਹਦੇ ਵਿੱਚ ਕੱਲ ਇੱਕ ਨਵੀਂ, ਉਹਦੇ ਵਿੱਚ ਤਾਂ ਨਹੀਂ ਜੁੜੀ, ਪਰ ਇੱਕ ਕੱਲ ਨਵੀਂ ਗੱਲ ਆ, ਜੁੜ ਜਾਊਗੀ ਵਿੱਚ ਹੌਲੀ ਹੌਲੀ ਜਾ ਕੇ।
ਬਹੁਤ ਸਾਰੀਆਂ ਵੱਡੀਆਂ ਪ੍ਰੋਡਕਸ਼ਨ ਹਾਊਸ ਨੇ ਬਾਲੀਵੁੱਡ ਦੇ ਜਿੱਥੇ ਫਿਲਮਾਂ ਬਣਾਉਂਦੇ ਨੇ ਜਿਹੜੇ, 34 ਸ਼ਾਇਦ ਪ੍ਰੋਡਕਸ਼ਨ ਹਾਊਸ ਨੇ ਤੇ 3-4 ਵੱਡੀਆਂ ਕੰਪਨੀਆਂ ਨੇ ਜਿਹਦੇ 'ਚ ਸਾਰੇ ਹੀ ਵੱਡੇ ਨਾਮੀ ਫਿਲਮੀ ਸਿਤਾਰੇ ਨੇ। ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਸ਼ਾਇਦ ਇੱਕ ਪਟੀਸ਼ਨ ਪੁੱਟ ਅਪ ਕੀਤੀ ਹੈ, ਇਦਾਂ ਹੀ ਆ ਜੀ? ਜੀ ਬਿਲਕੁਲ। ਉਹ ਕੀ ਹੋਇਆ ਤੇ ਉਹਦੇ 'ਚ ਕੀ ਆ? ਇਹ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਜਾ ਕੇ ਦੱਸਾਂ ਕਿ ਜਦੋਂ ਸੁਸ਼ਾਂਤ ਕੇਸ ਹੋਇਆ ਸੀ ਨਾ, ਸੁਸਾਈਡ ਕੇਸ ਜੀ, ਉਹਦੇ ਵਿੱਚ ਚੈਨਲਾਂ ਨੇ ਕੀ ਕੀਤਾ ਸੀਗਾ ਵੀ ਆਪਣੀ ਇੱਕ ਧਿਰ ਬਣ ਕੇ ਨਾ ਇੱਕ ਨੂੰ ਦੋਸ਼ੀ ਠਹਿਰਾ ਦਿੱਤਾ ਸੀਗਾ ਵੀ ਇਹ ਸੁਸਾਈਡ ਨਹੀਂ, ਇਹ ਮਰਡਰ ਆ ਜੀ। ਉਹ ਚੱਲਦਾ ਕੇਸ, ਉਹ ਸੁਸ਼ਾਂਤ ਕੇਸ ਵਾਲਾ ਕਿਤੇ ਪਰਦੇ ਦੇ ਉਹਲੇ ਹੋ ਗਿਆ ਜੀ। ਨਵਾਂ ਕੇਸ ਉਹ 'ਚ ਨਿਕਲ ਆਇਆ, ਕੰਗਣਾ ਵਾਲਾ ਡਰੱਗ ਕੇਸ, ਕੰਗਣਾ ਵਾਲਾ ਵੀ ਨਿਕਲਿਆ ਪਹਿਲਾਂ, ਜਿਹਦੇ 'ਚ ਕੰਗਣਾ ਨੇ ਰੌਲਾ ਪਾਇਆ ਸੀ ਡਰੱਗ ਦਾ। ਬਿਲਕੁਲ। ਫੇਰ ਆ ਗਿਆ ਕਿ ਬਾਲੀਵੁੱਡ ਦੇ ਵਿੱਚ ਸਾਰੇ 'ਚ ਡਰੱਗ ਆ ਜੀ। ਫਿਰ ਉਹ ਕੰਮ ਚੱਲ ਪਿਆ ਰੀਆ ਤੋਂ ਉਹਦੇ ਭਰਾ ਤੋਂ, ਫਿਰ ਹੋਰ ਕਿੰਨੇ ਬੰਦੇ ਵਿੱਚ ਆ ਗਏ। ਹੁਣ ਉਹਦੇ 'ਚ ਰਕੁਲਪ੍ਰੀਤ ਵੀ ਆ ਗਈ ਆ, ਦੀਪਿਕਾ ਦਾ ਵੀ ਆ ਗਿਆ ਆ, ਸਾਰਾ ਅਲੀ ਖਾਨ ਦਾ ਵੀ ਨਾਂ ਆ ਗਿਆ, ਸ਼ਰਧਾ ਕਪੂਰ, ਕਈਆਂ ਦਾ ਆ ਗਿਆ ਨਾਂ। ਸੰਸਦ 'ਚ ਵੀ ਇਹਦੀ ਸੰਸਦ 'ਚ ਵੀ ਸੁਣੀ ਸੀਗੀ। ਉਸ ਮਾਮਲੇ ਨੂੰ ਲੈ ਕੇ ਜਿਸ ਤਰੀਕੇ ਨਾਲ 2-3 ਚੈਨਲ ਆ ਜਿਨ੍ਹਾਂ ਨੇ ਕਿ ਬਾਲੀਵੁੱਡ ਨੂੰ ਪੂਰੀ ਤਰ੍ਹਾਂ ਇੱਕ ਗੰਦ ਸ਼ੋਅ ਕਰਤਾ ਸੀ ਜੀ। ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਸੀ ਉਹ ਕਿਸੇ ਅਖਬਾਰ ਦੇ ਲਿਖਣ ਦੇ ਯੋਗ ਨਹੀਂ ਹੈ। ਜੋ ਸ਼ਬਦਾਵਲੀ ਉਹ ਵਰਤਦੇ ਸੀਗੇ ਅਸੀਂ ਬੋਲਦੇ ਵੀ ਨਹੀਂ, ਬੋਲ ਵੀ ਨਹੀਂ ਸਕਦੇ। ਉਸ ਮਾਮਲੇ ਨੂੰ ਲੈ ਕੇ ਹੁਣ 34 ਜਿਹੜੇ ਵੱਡੇ ਪ੍ਰੋਡਕਸ਼ਨ ਹਾਊਸ ਆ ਤੇ 4 ਵੱਡੀਆਂ ਜਿਹੜੀਆਂ ਪ੍ਰੋਡਕਸ਼ਨ ਕੰਪਨੀਆਂ ਆ, ਕੁੱਲ ਮਿਲਾ ਕੇ 38 ਜਿਹੜੇ ਆ, ਇਹ ਧਿਰ ਬਣ ਕੇ ਇਹਨਾਂ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਈ ਆ, ਜਿਹਦੇ ਵਿੱਚ ਸਲਮਾਨ ਖਾਨ ਪ੍ਰੋਡਕਸ਼ਨ ਵੀ ਆ ਗਿਆ, ਸ਼ਾਹਰੁਖ ਖਾਨ ਦੀ ਵੀ ਆ ਗਈ, ਆਮਿਰ ਖਾਨ ਦੀ ਵੀ ਆ, ਅਜੇ ਦੇਵਗਨ, ਅਨਿਲ ਕਪੂਰ ਵਾਲਿਆਂ ਦੀ ਵੀ ਹੈਗੀ ਆ। ਇਹ ਉਹਨਾਂ ਚੈਨਲਾਂ ਦੇ ਖਿਲਾਫ ਹੀ ਹੈ? ਉਹਨਾਂ ਚੈਨਲਾਂ ਦੇ ਖਿਲਾਫ ਆ ਵੀ ਇਹਨਾਂ ਨੇ ਬਾਲੀਵੁੱਡ ਨੂੰ ਇਸ ਹੱਦ ਤੱਕ ਬਦਨਾਮ ਕਰਤਾ ਵੀ ਇਹਨਾਂ ਨੇ ਇੰਨੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਬਰਦਾਸ਼ਤ ਤੋਂ ਬਾਹਰ ਆ। ਉਹਨਾਂ ਨੂੰ ਲੈ ਕੇ ਇਹ ਪਟੀਸ਼ਨ ਦਾਇਰ ਕੀਤੀ ਵੀ ਕੋਈ ਇਹੋ ਜਿਹਾ ਰੈਗੂਲੇਟਰੀ ਨਿਯਮ ਤਿਆਰ ਕੀਤਾ ਜਾਵੇ ਵੀ ਇਹ ਜਿਹੜੇ ਚੈਨਲ ਆ ਇਹ ਇਸ ਤਰੀਕੇ ਨਾਲ ਇੱਕ ਬੰਦੇ ਦੇ ਕਰਕੇ ਸਾਰੀ ਫਰੈਟਰਨਿਟੀ ਨੂੰ ਪੂਰਾ ਬਦਨਾਮ ਕਰ ਦੇਣਾ, ਇਹ ਕਿਸ ਹੱਦ ਤੱਕ ਜਾਇਜ਼ ਆ। ਦੂਸਰਾ ਜਿਹੜਾ ਇਹਨਾਂ ਦੀਆਂ ਇੰਨੀਆਂ ਭੱਦੀਆਂ ਜਿਹੜੀਆਂ ਟਿੱਪਣੀਆਂ ਆ ਇਹਨਾਂ ਨੂੰ ਰੋਕਿਆ ਜਾਵੇ ਤੇ ਜਿਹੜੇ ਮੀਡੀਆ ਟ੍ਰਾਇਲ ਕਰ ਰਹੇ ਆ ਜੀ, ਖੁਦ ਹੀ ਕਿਸੇ ਨੂੰ ਦੋਸ਼ੀ ਠਹਿਰਾ ਦੇਣਾ, ਖੁਦ ਹੀ ਉਹਦੇ ਜਿਹੜੇ ਇੱਥੋਂ ਤੱਕ ਉਹਦੇ ਪਾਜ ਉਘੇੜ ਦੇਣੇ ਵੀ ਬੰਦਾ ਸ਼ਰਮ ਨਾਲ ਹੀ ਕਿਤੇ ਬਾਹਰ ਨਹੀਂ ਨਿਕਲ ਸਕਦਾ ਜੀ। ਇਹਨਾਂ ਚੈਨਲਾਂ ਦਾ ਕੰਮ ਹੈ ਜਿਹਦੇ 'ਚ 2 ਚੈਨਲਾਂ ਦਾ ਨਾਂ ਲਿਆ ਉਹਨਾਂ ਨੇ, ਰਿਪਬਲਿਕ ਟੀਵੀ ਤੇ ਟਾਈਮਸ ਨਾਓ। ਇਹਦੇ ਵਿੱਚ ਉਹਨਾਂ ਨੇ ਅਰਨਾਬ ਗੋਸਵਾਮੀ ਰਿਪਬਲਿਕ ਟੀਵੀ ਦਾ ਆ, ਪ੍ਰਦੀਪ ਹੈ ਇੱਕ ਨਾਵਿਕਾ ਆ, ਇਹ ਇਹਨਾਂ ਨੂੰ ਵੀ ਧਿਰ ਬਣਾਇਆ ਵਿੱਚ ਉਹਦੇ, ਔਰ ਉਹਦੀ ਹਾਈ ਕੋਰਟ ਦੀ ਸੁਣਵਾਈ ਨੇੜ ਭਵਿੱਖ 'ਚ ਹੋਵੇਗੀ। ਇਹ ਬਹੁਤ ਵੱਡਾ ਕਦਮ ਫਿਲਮੀ ਸਿਤਾਰਿਆਂ ਨੇ ਲਿਆ ਆ ਵੀ ਠੀਕ ਹੈ, ਜੇ ਤੁਸੀਂ ਲੱਗਦਾ ਵੀ ਕੋਈ ਬੰਦਾ ਉੱਥੇ ਡਰੱਗ ਲੈਂਦਾ ਸੀ ਜਾਂ ਕੋਈ ਬੰਦਾ ਤੁਹਾਡੇ ਸਾਹਮਣੇ ਹੁਣ ਨਸ਼ਰ ਹੋਇਆ, ਇੰਨੇ ਸਾਲਾਂ ਤੋਂ ਚੱਲਣ ਡਿਆ ਬਾਲੀਵੁੱਡ, ਹੁਣ ਨਸ਼ਰ ਹੋਇਆ, ਉਹ ਵੀ ਸੁਸ਼ਾਂਤ ਕੇਸ ਤੋਂ ਬਾਅਦ। ਪਹਿਲਾਂ ਇਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਕੀ ਚੀਜ਼ ਆ, ਤੇ ਚੈਨਲ ਵਾਲਿਆਂ ਨੇ ਉਹਨੂੰ ਲੈ ਕੇ ਹੀ ਆਪਣੀ TRP ਵੀ ਵਧਾਤੀ ਵੀ ਤੁਸੀਂ ਭਾਈ ਇਹ ਚੈਨਲ ਚਲਾਉਣਾ ਵੀ ਤੁਹਾਨੂੰ 500 ਰੁਪਏ ਦਿੰਦੇ ਆ। ਉਹ ਵੀ ਰੌਲਾ ਪਿਆ ਸੀਗਾ, ਉਹਦਾ ਵੀ ਪਰਦਾਫਾਸ਼ ਕੀਤਾ ਆ ਮੁੰਬਈ ਪੁਲਿਸ ਨੇ। ਉਹ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਚੈਨਲਾਂ ਨੇ ਇਹਦੇ ਵਿੱਚ ਆਪਣਾ ਹੀ ਲਾਹਾ ਦੇਖਿਆ, ਚਾਹੇ ਕਿਸੇ ਦੀ ਕੋਈ ਬਦਨਾਮੀ ਹੁੰਦੀ ਹੋਈ ਜਾਣ ਦਿਓ, ਕਿਸੇ ਦੇ ਨਮੋਸ਼ੀ ਹੁੰਦੀ ਹੋਈ ਜਾਣ ਦਿਓ, ਕੋਈ ਬੰਦਾ ਬਾਹਰ ਨਿਕਲਣ ਜੋਗਾ ਰਹਿੰਦਾ ਜਾਂ ਨਹੀਂ ਰਹਿੰਦਾ। ਸੰਸਦ ਦੀ ਗੱਲ ਤੋਂ ਹੀ ਚੱਲੀ ਆ, ਸੰਸਦ ਦੇ ਵਿੱਚ ਵੀ ਰਵੀ ਕਿਸ਼ਨ ਆ ਜਿਹੜੇ ਭਾਜਪਾ ਦੇ MP ਆ, ਉਹਨਾਂ ਨੇ ਉਠਾਇਆ ਸੀਗਾ ਵੀ ਜੀ ਬਾਲੀਵੁੱਡ ਦੇ ਵਿੱਚ ਡਰੱਗ ਚੱਲਦਾ, ਵੀ ਭਾਈ ਉਹਨੂੰ ਪੁੱਛਿਆ ਜਾਵੇ ਵੀ ਆਪ ਵੀ ਤੂੰ ਵੀ ਤਾਂ ਕੰਮ ਕਰਦਾ ਰਿਹਾ ਜੀ, ਕਿੰਨੀਆਂ ਫਿਲਮਾਂ ਕੀਤੀਆਂ, ਕਿੰਨੀ ਕਮਾਈ ਕੀਤੀ, ਇਸ ਲੈਵਲ ਤੇ ਜੇ ਹੀਰੋ ਬਣਿਆ ਤੇ ਉਸੇ ਬਾਲੀਵੁੱਡ ਦੇ ਵਿੱਚੋਂ ਹੀ ਬਣਿਆ, ਵੀ ਹੁਣ ਉਹਨੂੰ ਤੂੰ ਸਾਰਿਆਂ ਨੂੰ ਬਦਨਾਮ ਕਰ ਰਿਹਾ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਕਿਸੇ ਇੱਕ ਚੀਜ਼ ਨੂੰ, ਕਿਸੇ ਇੱਕ ਬੰਦੇ ਨੂੰ ਜਾਂ ਕਿਸੇ ਕੁਝ ਬੰਦਿਆਂ ਨੂੰ ਲੈ ਕੇ ਆਪਾਂ ਸਾਰੀ ਇੰਡਸਟਰੀ ਨੂੰ ਖਰਾਬ ਨਹੀਂ ਕਹਿ ਸਕਦੇ, ਸਾਰਿਆਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਉਹਦਾ ਜਵਾਬ ਫਿਰ ਜਯਾ ਬਹਾਦੁਰੀ ਨੇ ਸੰਸਦ 'ਚ ਕਿਹਾ ਸੀ, ਔਰ ਉਹਨੇ ਬੜੀ ਤਲਖ ਟਿੱਪਣੀ ਕੀਤੀ ਸੀ, ਜਿਸ ਥਾਲੀ ਮੇਂ ਖਾਤੇ ਹੋ ਉਸੀ ਮੇਂ ਛੇਦ ਕਰਤੇ ਹੋ। ਇਹ ਬਹੁਤ ਵੱਡੀ ਗੱਲ ਸੀ, ਇਹਦਾ ਰੌਲਾ ਵੀ ਬਹੁਤ ਪਿਆ ਸੀ। ਉਹ ਕਹਿੰਦਾ ਮੈਂ ਸਤਿਕਾਰ ਕਰਦਾ ਪਰ ਇਹੋ ਜਿਹੇ ਤਰੀਕੇ ਨਾਲ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਸੀ, ਮੇਰਾ ਸਾਥ ਦੇਣਾ ਚਾਹੀਦਾ ਸੀ। ਪਰ ਗੱਲ ਤਾਂ ਉਹਨਾਂ ਦੀ ਠੀਕ ਆ ਵੀ ਤੁਸੀਂ ਵੀ ਤਾਂ ਇੱਥੋਂ ਲੰਘ ਕੇ ਗਏ ਆ, ਤੁਸੀਂ ਜੇ ਹੁਣ ਅੱਜ ਸਿਆਸਤ ਵਿੱਚ ਚੱਲ ਗਏ ਆ, ਫਿਲਮਾਂ ਅਜੇ ਵੀ ਕਰ ਰਹੇ ਆ, ਉਹਦੀ ਰੋਟੀ ਦਿੱਤੀ ਉਹ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ, ਜੋ ਉਹਦੀ ਪਛਾਣ ਦਿੱਤੀ ਕਰਕੇ ਪਹੁੰਚੇ ਆ। ਬਿਲਕੁਲ, ਜੇ ਉੱਥੋਂ ਨਾ ਮਸ਼ਹੂਰੀ ਮਿਲੀ ਹੁੰਦੀ ਤੁਹਾਨੂੰ ਕਿਹਨੇ ਪੁੱਛਣਾ ਰਵੀ ਕਿਸ਼ਨ ਕੌਣ ਆ, ਕਿਸੇ ਨੇ ਨਹੀਂ ਸੀ ਜਾਣਨਾ। ਬਾਲੀਵੁੱਡ ਤੋਂ ਪਛਾਣ ਹੋਈ ਕਰਕੇ MP ਬਣਿਆ। ਉਹ ਇਸੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡੇ ਲੈਵਲ ਤੇ ਹਾਈ ਕੋਰਟ ਜਾਣਾ, ਇਹ ਲੱਗਦਾ ਹੈ ਵੀ ਉਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਿਆ, ਉਹ ਧਿਰ ਬਣਾਇਆ ਗਿਆ ਸਾਰਿਆਂ ਨੂੰ। ਇਹ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਆ। ਜੇ ਕਿਸੇ ਦੀ ਕੋਈ ਰਿਪੋਰਟਿੰਗ ਕਰਨੀ ਆ, ਉਹਨੂੰ ਤੱਥਾਂ ਤੇ ਹਿਸਾਬ ਨਾਲ ਕਰੇ, ਉਹਦੀ ਪੂਰੀ ਸੱਚਾਈ ਲਿਆ ਕੇ ਦੇਵੇ। ਇਹ ਆਪਣੇ ਤੌਰ ਤੇ ਹੀ ਇਹਨੂੰ ਇਸ ਤਰੀਕੇ ਨਾਲ ਪੇਸ਼ ਕਰ ਦੇਣਾ ਵੀ ਫਲਾਣਾ ਬੰਦਾ ਦੋਸ਼ੀ ਆ, ਜਦ ਕਿ ਦੋਸ਼ੀ ਠਹਿਰਾਉਣ ਦਾ ਕੰਮ ਪੁਲਿਸ ਦਾ ਆ, ਦੋਸ਼ੀ ਠਹਿਰਾਉਣ ਦਾ ਕੰਮ ਅਦਾਲਤ ਦਾ ਆ। ਜੇ ਆਪਾਂ ਮੀਡੀਆ ਵਾਲੇ ਦੋਸ਼ੀ ਠਹਿਰਾਉਣ ਲੱਗ ਪੈਣ ਤਾਂ ਫਿਰ ਅਦਾਲਤਾਂ ਜਿਹੜੀਆਂ ਖੁੱਲੀਆਂ ਉਹਨਾਂ ਦਾ ਕੀ ਕੰਮ ਰਹਿ ਜਾਊਗਾ। ਕੁਝ ਸਾਲਾਂ ਦੀ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਨਵੇਂ ਸ਼ਬਦ ਸਾਹਮਣੇ ਆਇਆ,
ਮੀਡੀਆ ਟ੍ਰਾਇਲ ਤੇ ਹਰ ਖਬਰ ਨੂੰ ਇੱਕ ਸਨਸਨੀ ਬਣਾ ਕੇ ਦੇਣਾ, ਉਹ ਕੰਮ ਹੀ ਉਹਨਾਂ ਦਾ ਇਹ ਹੁੰਦਾ। ਮੈਂ ਇੱਕ ਪਿੱਛੇ ਜੇ ਦੇਖ ਰਿਹਾ ਸੀਗਾ ਕਾਮੇਡੀ ਸ਼ੋਅ ਚੱਲਦਾ ਜਿਹੜਾ, ਉਹਦੇ ਵਿੱਚ ਵੀ ਉਹਨਾਂ ਨੇ ਇਹਦੀ ਜਿਹੜੀ ਉਪਹਾਸ ਜਿਹਨੂੰ ਕਹਿ ਦਈਏ ਵੀ ਇਹਨਾਂ ਦਾ ਸਵਾਂਗ ਰਚਿਆ ਸੀ ਇੱਕ ਕਿਸਮ ਦਾ। ਉਹ ਸਵਾਂਗ ਇਸ ਤਰੀਕੇ ਨਾਲ ਰਚਿਆ ਸੀਗਾ ਬਈ ਜਿਵੇਂ ਇਹ ਚੈਨਲ ਵਾਲੇ ਕਰਦੇ ਆ ਉਹਨਾਂ ਤੋਂ ਹੀ ਉਹਨਾਂ ਨੂੰ ਆਈਡੀਆ ਮਿਲਦਾ ਕਰਨ ਦਾ, ਨਹੀਂ ਤਾਂ ਉਹਨਾਂ ਨੂੰ ਕੀ ਪਤਾ ਵੀ ਕੌਣ ਚੈਨਲ ਵਾਲਾ ਕੀ ਕਰਦਾ ਹੈ। ਇਹਨਾਂ ਤੋਂ ਆਈਡੀਆ ਲੈ ਕੇ ਉਹਨਾਂ ਨੇ ਐਸਾ ਸਵਾਂਗ ਰਚਿਆ ਵੀ ਉੱਥੇ ਉਹ ਕਹਿੰਦਾ ਵੀ ਚਾਹ ਬਣਾ ਮੇਰੇ ਲਈ ਜਿਹੜਾ ਐਂਕਰ ਆ, ਤੇ ਉਹ ਜਿਹੜੀ ਨਾਲ ਬੈਠੀ ਹੁੰਦੀ ਉਹ ਕਹਿੰਦੀ ਵੀ ਦੁੱਧ ਵਾਲਾ ਨਹੀਂ ਆਇਆ, ਉਹ ਉੱਠ ਕੇ ਖੜਾ ਹੋ ਜਾਂਦਾ ਬ੍ਰੇਕਿੰਗ ਨਿਊਜ਼ ਕਹਿੰਦਾ ਦੁੱਧ ਵਾਲਾ ਨਹੀਂ ਆਇਆ। ਇਸੇ ਤਰੀਕੇ ਨਾਲ ਇੱਕ ਮਾੜੀ ਜੀ ਖਬਰ ਨੂੰ ਲੈ ਕੇ ਇਹੋ ਜੀ ਸਨਸਨੀ ਫੈਲਾ ਦਿੰਦੇ ਆ ਔਰ ਸਾਰਾ ਦਿਨ ਫਿਰ ਉਹ ਜੇ ਉਸੂ ਭਕਾਈ ਕਰਦੇ ਰਹਿੰਦੇ ਵੀ ਦੁਨੀਆ ਜਿਹੜੀ ਦੇਖਣ ਵਾਲੀ ਬੋਰ ਹੋ ਜਾਂਦੀ ਆ ਵੀ ਇਹਨਾਂ ਕੋਲ ਹੋਰ ਕੋਈ ਖਬਰ ਹੈ ਨਹੀਂ। ਦੇਖੋ ਕਿੰਨੇ ਮਸਲੇ ਚੱਲ ਰਹੇ ਆ, ਕਿਸਾਨੀ ਮਸਲਾ ਆ ਕਿਸੇ ਟੀਵੀ ਚੈਨਲ ਤੇ ਚੱਲਦਾ ਜੀ, ਕਿੱਡੀ ਵੱਡੇ ਲੈਵਲ ਤੇ ਆ, ਪੂਰੇ ਦੇਸ਼ ਦਾ ਮਸਲਾ, ਇਕੱਲੇ ਪੰਜਾਬ ਦਾ ਨਹੀਂ ਹੈਗਾ। ਰੋਟੀ ਰੋਜ਼ੀ ਨਾਲ ਜੁੜਿਆ ਹੋਇਆ, ਤੁਹਾਡੇ ਅਨਾਜ ਨਾਲ ਜੁੜਿਆ ਹੋਇਆ, ਤੁਹਾਡੇ ਢਿੱਡ ਭਰਨ ਨਾਲ ਜੁੜਿਆ ਹੋਇਆ। ਉਸ ਮਸਲੇ ਨੂੰ ਕਿਸੇ ਨੇ ਨਹੀਂ ਉਭਾਰਨਾ ਤੇ ਜਿਉਂ ਚੱਲਿਆ ਹੋਇਆ ਸੁਸ਼ਾਂਤ ਤੋਂ ਲੈ ਕੇ ਰੀਆ ਤੋਂ ਲੈ ਕੇ ਹੁਣ TRP ਤੱਕ, ਤੇ ਹੁਣ ਜਿਹੜਾ ਆ ਨਵਾਂ ਮਸਲਾ ਆ ਗਿਆ ਵੀ ਭਾਈ ਇਹਨਾਂ ਦਾ ਕਿਸੇ ਤਰੀਕੇ ਨਾਲ ਇਹਨਾਂ ਦਾ ਜ਼ਾਬਤਾ ਇਹਨਾਂ ਤੇ ਠੁਕਿਆ ਜਾਵੇ, ਇਹਨਾਂ ਤੇ ਥੋੜਾ ਜਿਹਾ ਕਾਬੂ ਕੀਤਾ ਜਾਵੇ। ਜਿਸ ਤਰੀਕੇ ਨਾਲ ਇਹ ਬੋਲਦੇ ਆ ਇਹ ਨਹੀਂ ਬੋਲਣਾ ਚਾਹੀਦਾ ਜੀ। ਦੇਖਦੇ ਹਾਂ ਹਾਈ ਕੋਰਟ ਇਸ ਮਸਲੇ ਨੂੰ ਕਿਵੇਂ ਦੇਖਦਾ ਆ, ਪਰ ਇਹ ਦੋ ਧਿਰਾਂ ਦੀ ਜਿਹੜੀ ਆਪਸ ਦੀ ਲੜਾਈ ਆ ਇਹ ਚੰਗੀ ਨਹੀਂ ਹੈਗੀ, ਪਰ ਮੀਡੀਆ ਨੂੰ ਮੀਡੀਆ ਟ੍ਰਾਇਲ ਤੋਂ ਬਚਣਾ ਚਾਹੀਦਾ ਜੀ, ਇਹਨੂੰ ਜ਼ਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ। ਇਹ ਬਹੁਤ ਚੌਥਾ ਥੰਬ ਮੰਨਿਆ ਜਾਂਦਾ ਲੋਕਤੰਤਰ ਦਾ ਜੀ। ਇੱਕ ਅਗਲੀ ਗੱਲ ਸੀ ਉਹ ਵੀ ਕੋਰਟ ਨਾਲ ਜੁੜੀ ਹੋਈ ਆ। ਬੜੇ ਦਿਨ ਪਹਿਲਾਂ ਇੱਕ ਹਾਥਰਸ ਵਾਲੀ ਘਟਨਾ ਘਟੀ ਸੀ, ਉਹਦੇ 'ਚ ਵੀ ਉਹ ਕੇਸ CBI ਨੂੰ ਵੀ ਦੇ ਦਿੱਤਾ ਗਿਆ ਤੇ ਉਹਦੀ ਜਿਹੜੀ ਸੁਣਵਾਈ ਆ ਉਹ ਇਲਾਹਾਬਾਦ ਹਾਈ ਕੋਰਟ ਨੇ ਵੀ ਸ਼ੁਰੂ ਕਰ ਦਿੱਤੀ। ਤੇ ਉਹਦੇ ਵਿੱਚ ਹੀ ਇੱਕ ਤੀਜੀ ਗੱਲ ਹੋਰ ਵੀ ਜੁੜੀ ਆ ਕਿ ਜਿਹੜੀ ਮਿਨਿਸਟਰੀ ਆ ਹੋਮ ਮਿਨਿਸਟਰੀ ਭਾਰਤ ਦੀ, ਉਹਨੇ ਵੀ ਇਹਦੇ ਸੰਬੰਧ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਕੁਝ ਹੋਰ ਹਦਾਇਤਾਂ ਜਾਰੀ ਕਰਤੀਆਂ। ਦੇਖੋ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਵੀ ਪਹਿਲਾਂ ਤਾਂ ਪੁਲਿਸ ਨੇ ਵੀ UP ਪੁਲਿਸ ਨੇ ਦਾਅਵਾ ਕੀਤਾ, ਫਿਰ ਫੋਰੈਂਸਿਕ ਰਿਪੋਰਟ ਰਾਹੀਂ ਵੀ ਦਾਅਵਾ ਕੀਤਾ ਵੀ ਉਸ ਹਾਥਰਸ ਕਾਂਡ ਦੇ ਵਿੱਚ ਲੜਕੀ ਨਾਲ ਕੁਝ ਵੀ ਇਹੋ ਜਿਹਾ ਨਹੀਂ ਵਾਪਰਿਆ। ਤੇ ਹੁਣ ਜਦੋਂ CBI ਕੇਸ ਲੈਂਦੀ ਆ ਤੇ ਉਹ ਪਹਿਲੇ ਸੱਟੇ ਕੇਸ ਹੀ ਗੈਂਗਰੇਪ ਦਾ ਦਰਜ ਕਰਦੀ ਆ ਜੀ। ਤੇ ਇਹ ਦੋਨੇ ਗੱਲਾਂ ਮੇਲ ਨਹੀਂ ਖਾਂਦੀਆਂ ਵੀ ਪੁਲਿਸ ਦਾ ਦਾਅਵਾ ਹੋ ਰਿਹਾ ਕਿ CBI ਜਿਹੜੀ ਜਾਂਚ ਸ਼ੁਰੂ ਕਰ ਰਹੀ ਆ ਉਹ ਗੈਂਗਰੇਪ ਤੋਂ ਸ਼ੁਰੂ ਕਰ ਰਹੀ ਆ। ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਅੱਧੀ ਰਾਤ ਨੂੰ ਲੜਕੀ ਦਾ ਸੰਸਕਾਰ ਕੀਤਾ ਉਹ ਮਾਮਲਾ ਵੀ ਜਿਹੜਾ ਹਾਈ ਕੋਰਟ ਚਲੇ ਗਿਆ। ਇਲਾਹਾਬਾਦ ਹਾਈ ਕੋਰਟ ਚਲੇ ਨਹੀਂ ਗਿਆ, ਉਹਨਾਂ ਨੇ 100 ਮੋਟੋ ਲਿਆ ਆਪਣੇ ਤੌਰ ਤੇ ਇਹਦਾ ਜਿਹੜਾ ਨੋਟਿਸ ਲਿਆ ਕੇ ਉਹਨਾਂ ਨੂੰ ਧਿਰ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਸੀਗਾ 12 ਨੂੰ ਪੇਸ਼ ਹੋਣ ਲਈ, ਔਰ ਉਹਦੇ ਵਿੱਚ ਪੀੜਤ ਪਰਿਵਾਰ ਨੂੰ ਵੀ ਕਿਹਾ ਸੀ ਤੁਸੀਂ ਆ ਕੇ ਆਪਣਾ ਪੱਖ ਰੱਖੋ ਜੀ। ਜਦੋਂ ਪੀੜਤ ਪਰਿਵਾਰ ਉੱਥੇ ਗਿਆ ਉਹਨੇ ਪੱਖ ਰੱਖਿਆ, ਉਹਨੇ ਦੱਸਿਆ ਵੀ ਸਾਡੀ ਜਿਹੜੀ ਲੜਕੀ ਦਾ ਚਿਹਰਾ ਤੱਕ ਨਹੀਂ ਦੇਖਣ ਦਿੱਤਾ, ਸੰਸਕਾਰ ਉੱਦਾਂ ਹੀ ਕਰ ਦਿੱਤਾ। ਤੇ ਉੱਥੇ ਉਹਨਾਂ ਨੇ ਕਿਹਾ ਵੀ ਸਾਡੇ ਮੌਲਿਕ ਅਧਿਕਾਰਾਂ ਦਾ ਹਨਨ ਹੋਇਆ ਜੀ। ਜਦੋਂ ਇਹ ਗੱਲ ਅਦਾਲਤ ਨੇ ਜੱਜ ਨੇ ਪ੍ਰਸ਼ਾਸਨ ਨੂੰ ਪੁੱਛਿਆ, ਪ੍ਰਸ਼ਾਸਨ ਦਾ ਕਹਿਣਾ ਸੀਗਾ ਵੀ ਅਸੀਂ ਦੰਗੇ ਫਸਾਦ ਤੋਂ ਡਰਦਿਆਂ ਨੇ ਇੱਦਾਂ ਕਰਨਾ ਪਿਆ, ਸਾਨੂੰ ਮਜਬੂਰਨ ਕਰਨਾ ਪਿਆ। ਤੇ ਉੱਥੇ ਟਿੱਪਣੀ ਬੜੀ ਸਖਤ ਸੀਗੀ ਜੱਜ ਦੀ, ਉਹ ਕਹਿੰਦੇ ਜੇ ਤੁਹਾਡੇ ਜੋ ਕਿਸੇ ਲੜਕੀ ਨਾਲ ਇਹੋ ਜਿਹਾ ਹੋਇਆ ਹੁੰਦਾ ਤਾਂ ਫਿਰ ਵੀ ਐਂ ਜਲਾ ਦਿੰਦੇ। ਇਹ ਬਹੁਤ ਮਾਇਨੇ ਰੱਖਦੀ ਇਹ ਗੱਲ ਜਿਹੜੀ ਜੱਜ ਦੀ ਕਹਿਣੀ ਆ ਬਿਲਕੁਲ ਵੀ ਇਹ ਜਿਹੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ। ਵੀ ਠੀਕ ਹੈ ਜੋ ਘਟਨਾ ਵਾਪਰ ਗਈ ਸੀ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਆਪਣੇ ਹੈਂਡਲ ਕਰਦੇ, ਲਾਅ ਐਂਡ ਆਰਡਰ ਜਿਹੜਾ ਹੈਂਡਲ ਕਰਨਾ ਤੁਹਾਡਾ ਕੰਮ ਹੈ, ਨਾ ਕਿ ਪਰਿਵਾਰ ਦਾ ਕੰਮ ਹੈ। ਪਰਿਵਾਰ ਨੂੰ ਤੁਸੀਂ ਉਹਦੇ ਤਰੀਕੇ ਨਾਲ ਉਹਦੇ ਮੌਲਿਕ ਅਧਿਕਾਰਾਂ ਦਾ ਕਿਉਂ ਉਹਨਾਂ ਨੂੰ ਵੰਚਿਤ ਕੀਤਾ ਗਿਆ, ਇਹ ਮਾਮਲਾ ਉੱਥੇ ਪਹੁੰਚਿਆ ਹੋਇਆ। ਹੁਣ ਉਹਦੇ ਵਿੱਚ ਦੋਹਾਂ ਧਿਰਾਂ ਦੀ ਸੁਣਵਾਈ ਹੋਈ ਆ, ਅਗਲੀ ਸੁਣਵਾਈ ਤੇ ਉਹਨਾਂ ਨੇ ਰੱਖਿਆ ਹਾਈ ਕੋਰਟ ਨੇ, ਉਧਰ CBI ਨੇ ਜਾਂਚ ਵੀ ਸ਼ੁਰੂ ਕੀਤੀ ਆ। ਤੇ ਲੱਗਦਾ ਆ ਵੀ ਕਿਤੇ ਨਾ ਕਿਤੇ ਇਹ ਨਤੀਜੇ ਤੇ ਪਹੁੰਚਣਗੀ। CBI ਦਾ ਕੰਮ ਥੋੜਾ ਜਿਹਾ ਹੁੰਦਾ ਹੈ ਵੀ ਜਦੋਂ ਆਖਰੀ ਪੁਆਇੰਟ ਤੇ ਰਹਿ ਜਾਂਦਾ ਵੀ CBI ਨੂੰ ਸੌਂਪੋ ਵੀ ਗੱਲ। ਹੁਣ ਪਹਿਲਾਂ CBI ਨੂੰ ਪਰਿਵਾਰ ਵੀ ਮੰਗ ਕਰਦਾ ਸੀਗਾ, ਪਰ ਉਸ ਤੋਂ ਬਾਅਦ ਕਿਤੇ ਮੈਂ ਪੜ੍ਹਿਆ ਸੀਗਾ ਵੀ ਉਹ ਵੀ ਇਸ ਗੱਲ ਤੋਂ ਪਿੱਛੇ ਹਟਦਾ ਸੀ, CBI ਨੂੰ ਨਹੀਂ ਦਿੱਤੀ ਜਾਵੇ ਜਾਂਚ। ਪਰ ਖੈਰ ਚਲੋ CBI ਦੇ ਹੱਥ ਆਈ ਆ, ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੂਗੀ ਹੁਣ ਇਹ ਗੱਲ ਜੀ। ਤੇ ਜਿਹੜੇ ਗ੍ਰਹਿ ਮੰਤਰਾਲਿਆ ਦੇ ਕੁਝ ਨਵੇਂ ਦਿਸ਼ਾ ਨਿਰਦੇਸ਼ ਆ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ, ਇਹ ਤਾਂ ਉਹੀ ਰਹੇ ਨਾ ਜੀ ਜਿਵੇਂ ਹੁਣ ਜੇ ਆਪਾਂ ਦੇਖੀਏ 2012 ਦਾ ਜਿਹੜਾ ਨਿਰਭਇਆ ਕੇਸ ਸੀਗਾ, ਬਹੁਤ ਦੇਸ਼ ਵਿੱਚ ਗੁੱਸਾ ਹੋਇਆ ਸੀ, ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਹੋਏ ਸੀਗੇ, ਉਦੋਂ ਵੀ ਹਦਾਇਤਾਂ ਜਾਰੀ ਕੀਤੀਆਂ ਸੀ। ਇਹ ਹਦਾਇਤਾਂ ਉਦੋਂ ਜਾਰੀ ਕਰਦੇ ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਜੀ। ਤੇ ਜੇ ਹਦਾਇਤਾਂ ਜਾਰੀ ਕਰਦੇ ਉਹਨਾਂ 'ਤੇ ਅਮਲ ਕਿੰਨਾ ਕਰਦੇ। ਹੁਣ ਜਦ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਘਟਨਾ ਦੇ ਵਿੱਚ ਉਸੇ ਵੇਲੇ ਚਾਹੇ 0 FIR ਹੀ ਹੋਵੇ, FIR ਹੋਣੀ ਚਾਹੀਦੀ ਆ। ਤੇ ਇਸ ਹਾਥਰਸ ਕਾਂਡ ਦੇ ਵਿੱਚ 10 ਦਿਨ ਬਾਅਦ FIR ਹੋਈ, ਇਹ ਵੀ ਆਪਣੇ ਆਪ 'ਚ ਇੱਕ ਸਵਾਲ ਆ। ਫਿਰ ਉਹਨਾਂ ਨੇ ਕਿਹਾ ਵੀ 2 ਮਹੀਨੇ ਦੇ ਵਿੱਚ ਜਾਂਚ ਮੁਕੰਮਲ ਹੋਣੀ ਚਾਹੀਦੀ ਆ। ਤੇ ਇੱਥੇ ਤਾਂ ਕਈ ਜਿਹੜੇ ਬਲਾਤਕਾਰ ਦੇ ਕੇਸ ਆ, ਹੱਤਿਆ ਦੇ ਕੇਸ ਆ, ਉਹ ਕੋਈ 21 ਮਹੀਨੇ ਲੰਘ ਜਾਂਦੇ ਆ। ਇਹ ਉਹਨਾਂ ਦੀ ਹਦਾਇਤਾਂ ਠੀਕ ਆ, ਉਹ ਸਮੇਂ ਸਿਰ ਜਾਰੀ ਕਰਦੇ ਰਹਿੰਦੇ, ਕੇਂਦਰ ਦਾ ਕੰਮ ਹੈ ਜਾਰੀ ਕਰਨਾ। ਪੰਜਾਬੀ 'ਚ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਕਾਗਜ਼ਾਂ ਦਾ ਢਿੱਡ ਭਰਨਾ ਕਹਿ ਲਓ। ਤੇ ਉਹਦੇ ਤੇ ਅਮਲ ਕਿੰਨਾ ਕੁ ਹੁੰਦਾ ਆ, ਉਹਦੇ ਤੇ ਅਮਲ ਵੀ ਕਰਵਾਉਣ ਨਾ ਸੂਬਿਆਂ ਨੂੰ, ਸੂਬੇ ਦੀ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਆਪਣੇ ਮੁੱਖ ਮੰਤਰੀਆਂ ਨੂੰ ਹਦਾਇਤ ਕਰਨਾ ਵੀ ਜੋ ਇਹ ਹਦਾਇਤਾਂ ਆ ਇਹਦਾ ਦੇ ਉੱਤੇ ਅਮਲ ਕਿਉਂ ਨਹੀਂ ਹੁੰਦਾ।
ਜੀ ਜੇ ਇੰਨਾ ਚਿਰ ਹੁਣ ਜੇ ਉਸ FIR ਉਸੇ ਦਿਨ ਦਰਜ ਕੀਤੀ ਹੁੰਦੀ, ਹੋ ਸਕਦਾ ਇੱਥੋਂ ਤੱਕ ਨਾ ਮਾਮਲਾ ਪਹੁੰਚਦਾ। ਜੀ। ਫਿਰ ਉਸ ਤੋਂ 10-11 ਦਿਨ ਬਾਅਦ ਸੈਂਪਲ ਭੇਜਣੇ ਉਹਦੇ ਜਿਹੜੇ ਜਾਂਚ ਦੇ, ਉਹ ਵੀ ਆਪਣੇ ਆਪ 'ਚ ਸਵਾਲ ਆ ਵੀ ਇੰਨਾ ਲੇਟ ਕਿਉਂ ਕੀਤਾ। ਸੋ ਕੁੱਲ ਮਿਲਾ ਕੇ ਜੇ ਕੇਂਦਰ ਸੰਜੀਦਾ ਹੈਗਾ ਇਸ ਮਾਮਲੇ ਨੂੰ ਲੈ ਕੇ, ਹੁਣ ਜੇ ਨਿਰਭਇਆ ਕੇਸ ਦਾ ਮੁਕਾਮ ਫਾਂਸੀ ਤੇ ਜਾ ਨਿਬੜਿਆ ਸੀ, ਉਹ ਬਹੁਤ ਵੱਡੀ ਸਜ਼ਾ ਸੀਗੀ। ਜੇ ਉਦੋਂ ਤੋਂ ਵੀ ਇਹਨਾਂ ਦੋਸ਼ੀਆਂ ਨੂੰ ਡਰ ਨਹੀਂ ਲੱਗਾ ਤੇ ਇਹ ਹਦਾਇਤਾਂ ਜਿਹੜਾ ਇਹਨਾਂ ਨੂੰ ਹੋਰ ਸਖਤ ਕਾਨੂੰਨ ਬਣਾਉਣਾ ਚਾਹੀਦਾ, ਤਾਂ ਕਿ ਜਿਹੜਾ ਬੰਦਾ ਕੋਈ ਇਹੋ ਜਿਹਾ ਕਾਰਾ ਕਰਦਾ ਵੀ ਆ, ਉਹਦੇ ਮਨ 'ਚ ਪਹਿਲਾਂ ਡਰ ਬੈਠ ਜਾਏ ਵੀ ਹਾਂ ਵੀ ਮੇਰਾ ਇਹਦੇ ਵਿੱਚ ਬਚਣਾ ਬਹੁਤ ਮੁਸ਼ਕਿਲ ਹੈ ਜੇ ਮੈਂ ਇਹੋ ਜਿਹਾ ਕੰਮ ਕੀਤਾ ਤਾਂ। ਇਹੋ ਜਿਹਾ ਉਹ ਡਰ, ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਸੈਂਟਰ ਨੂੰ, ਜਿਹਦੇ ਨਾਲ ਤੇ ਇਹੋ ਜਿਹਾ ਹਰੇਕ ਬੰਦੇ ਦੇ ਮਨ 'ਚ ਡਰ ਹੋਵੇ, ਕਿਸੇ ਦੇ ਧੀ ਭੈਣ ਨੂੰ ਇਸ ਤਰ੍ਹਾਂ ਤਰੀਕੇ ਨਾਲ ਕੋਈ ਵਰਤਾਰਾ ਨਾ ਕਰੇ। ਸ਼ੇਰਗਿੱਲ ਸਾਹਿਬ, ਅਸੀਂ ਕਾਫੀ ਗੱਲਾਂ ਕੀਤੀਆਂ, ਕਾਫੀ ਚਰਚਾ ਅਸੀਂ ਕੀਤੀ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ। ਸਾਡਾ ਇਹਨਾਂ ਗੱਲਾਂ ਕਰਨ ਦਾ ਸਾਡਾ ਮਕਸਦ ਤਾਂ ਇਹੀ ਆ ਕਿ ਸਾਡੀਆਂ ਜਿਹੜੇ ਵੀ ਲੋਕ ਇਹ ਗੱਲਾਂ ਸੁਣਦੇ ਆ, ਸਾਡੇ ਸਰੋਤੇ, ਸਾਡੇ ਦਰਸ਼ਕ, ਉਹ ਇਹਨਾਂ ਚੀਜ਼ਾਂ ਤੋਂ ਥੋੜ੍ਹੀ ਬਹੁਤ ਆਪਣੇ ਦਿਮਾਗ ਦੀ ਜਿਹੜੇ ਘੋੜੇ ਉਹਨਾਂ ਨੂੰ ਡਰਾਉਂਦੇ ਰਹਿਣ, ਸਾਡੀ ਰਾਜਨੀਤੀ ਕੀ ਹੋ ਰਹੀ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਤੇ ਇਸ ਤੋਂ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਮਿਲਦੇ ਹਾਂ ਜੀ ਅਗਲੀ ਵਾਰ ਕੁਝ ਨਵੀਆਂ ਚਰਚਾਵਾਂ ਲੈ ਕੇ ਇਸੇ ਪ੍ਰੋਗਰਾਮ ਵਿੱਚ ਵਿਚਾਰ ਚਰਚਾ।